ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ ਡੁਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮਿਹਰ ਉਪਾਵੋ ਡੁਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ। ਪ੍ਰਣਬਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਏ ਪਰਮ ਗਤ ਮੇਰੀ। ਜਾਲਣ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ। ਵਾਹਿਗੁਰੂ ਸਾਹਿਬ ਜੀ। ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ। ਪ੍ਰਗਟ ਭਏ ਨਿਧਾਨ ਸਭ ਜਬ ਪੁੱਛੇ ਧਰਮ ਰਾਏ। ਕਬੀਰ ਹਰਿ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ। ਧੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਦ। ਕਬੀਰ ਹਰਿ ਕਾ ਸਿਮਰਨ ਛਾੜ ਕੇ ਰਾਤ ਜੁਗਾਵਨ ਜਾਏ। ਸਰਪਨ ਹੋਇ ਕੈ ਉਤਰੈ ਜਾਏ ਆਪਣੇ ਖਾਏ। ਕਬੀਰ ਹਰਿ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ। ਗਦਹੀ ਹੋਏ ਕੈ ਉਤਰੈ ਭਾਰ ਸਹਿ ਮਨ ਚਾਰ। ਕਬੀਰ ਚਤੁਰਾਈ ਅਤ ਘਣੀ ਹਰਿ ਜਪ ਹਿਰਦੈ ਮਾਹੀ। ਸੂਰੀ ਉਪਰ ਖੇਲਣਾ ਗਿਰੈ ਤਾਂ ਠਾਹਰ ਨਾਹੀ। ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਐ ਰਾਮ। ਦੇਹੀ ਕਿਸ ਕੀ ਬਪੁਰੀ ਪਵਿੱਤਰ ਹੋਏ ਗੋ ਗ੍ਰਾਮ। ਕਬੀਰ ਸੋਈ ਕੁਲ ਧਨ ਭਲੀ
ਕਬੀਰ ਸੋਈ ਕੁਲ ਭਲੀ, ਜਾ ਕੁਲ ਹਰਿ ਕੋ ਦਾਸ। ਜਹ ਕੁਲ ਦਾਸ ਨ ਉਪਜੈ, ਸੋ ਕੁਲ ਢਾਕ ਪਲਾਸ। ਜਹ ਕੁਲ ਦਾਸ ਨ ਉਪਜੈ, ਸੋ ਕੁਲ ਢਾਕ ਪਲਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਰਹਿਮਤ ਕਰੀ ਹੈ। ਅੰਮ੍ਰਿਤ ਵੇਲੇ ਦੇ ਇਸ਼ਨਾਨ, ਅੰਮ੍ਰਿਤ ਵੇਲੇ ਦੇ ਜਗ ਨੇ ਸਾਨੂੰ ਬਖਸ਼ ਕੀਤੇ ਹਨ। ਗੁਰੂ ਪਾਤਸ਼ਾਹ ਜੀ ਕਿਰਪਾ ਸਦਕਾ ਹੀ ਅਸੀਂ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਆਪ ਸਰਬੱਤ ਸੰਗਤਾਂ ਨੇ ਪਾਵਨ ਬਾਣੀ ਆਸਾ ਜੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਜੋ ਪਾਵਨ ਉਪਦੇਸ਼ਾਂ ਦੀ, ਪਾਵਨ ਸਿਧਾਂਤਾਂ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਉਸ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਜੋ ਕਿ ਪਾਵਨ ਵਿਚਾਰ ਭਗਤ ਕਬੀਰ ਜੀ ਦੇ ਸ਼ਲੋਕਾਂ 'ਤੇ ਪਹੁੰਚੀ ਹੈ, ਜਿਨ੍ਹਾਂ ਦੇ ਵਿੱਚੋਂ ਆਪ ਸਰਬੱਤ ਸੰਗਤਾਂ ਨੇ 104 ਸ਼ਲੋਕ ਸਰਵਣ ਕਰ ਲਏ ਹਨ। ਭਗਤ ਜੀ ਉਹਨਾਂ ਪਾਵਨ ਸ਼ਲੋਕਾਂ ਦੇ ਅੰਦਰ ਉਪਦੇਸ਼ ਬਖਸ਼ ਕਰਦੇ ਹਨ। ਉਹ ਉਪਦੇਸ਼ਾਂ ਨੂੰ ਦ੍ਰਿੜ ਕਰਵਾਇਆ ਹੈ। ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਇਹ ਪਾਵਨ ਵਿਚਾਰ ਜੋ ਕਿ ਅੱਜ ਆਪ ਜੀ ਨੇ ਸਰਵਣ ਕਰਨੀ ਹੈ, 105 ਤੋਂ ਲੈ ਕੇ 111 ਸ਼ਲੋਕ ਜੋ ਭਗਤ ਕਬੀਰ ਜੀ ਦੇ ਪਾਵਨ ਸ਼ਲੋਕ ਹਨ, ਉਹਨਾਂ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਜੇਤੇ ਪਾਪ ਕੀਏ, ਰਾਖੇ ਤਲੈ ਦੁਰਾਏ। ਪ੍ਰਗਟ ਭਏ ਨਿਧਾਨ ਸਭ, ਜਬ ਪੁੱਛੇ ਧਰਮ ਰਾਏ। ਭਗਤ ਜੀ ਦਾ ਇਹ ਪਾਵਨ ਸ਼ਲੋਕ, ਇਸ ਪਾਵਨ ਸ਼ਲੋਕ ਦੇ ਰਾਹੀਂ ਭਗਤ ਕਬੀਰ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ। ਕਬੀਰ ਜੇਤੇ ਪਾਪ ਕੀਏ, ਰਾਖੈ ਤਲੈ ਦੁਰਾਏ। ਭਗਤ ਜੀ ਕਹਿੰਦੇ ਮਨੁੱਖ ਇਸ ਦੁਨੀਆ 'ਤੇ ਪਾਪ ਕਰਦਾ ਹੈ, ਕਿਉਂਕਿ ਪਹਿਲਾਂ ਆਪਣੇ ਮਾੜੇ ਕਰਮਾਂ ਨੂੰ ਕਰਨ ਦੀ ਇਜਾਜ਼ਤ ਦਿੰਦਾ ਹੈ, ਪਾਪ ਕਮਾਉਂਦਾ ਹੈ। ਫਿਰ ਉਹਨਾਂ ਨੂੰ ਉਹ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਹਰ ਮਨੁੱਖ ਦੀ ਇਹ ਬਿਰਤੀ ਹੈ, ਜੇ ਉਸ ਦੇ ਕੋਲੋਂ ਕੋਈ ਮਾੜਾ ਕਰਮ ਹੋ ਰਿਹਾ ਹੈ, ਉਹ ਆਪਣੇ ਮਾੜੇ ਕਰਮ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਦੁਨੀਆ ਦੇ ਕੋਲੋਂ ਮੇਰਾ ਮਾੜਾ ਕਰਮ ਛੁਪ ਜਾਵੇ। ਕਿਉਂਕਿ ਜੇ ਦੁਨੀਆ ਦੇ ਲੋਕਾਂ ਨੂੰ ਮੇਰੇ ਮਾੜੇ
ਕਰਮ ਦਾ ਪਤਾ ਲੱਗ ਗਿਆ। ਮੇਰੇ ਕੀਤੇ ਮਾੜੇ ਕਰਮਾਂ ਦਾ ਫਲ ਮੈਨੂੰ ਉਹ ਪਰਮਾਤਮਾ ਨੇ ਤਾਂ ਦੇਣਾ ਹੈ, ਪਰ ਇਸ ਦੁਨੀਆ 'ਤੇ ਜਿੰਨਾ ਸਮਾਂ ਮੈਂ ਜਿਉਣਾ ਹੈ ਉਹਨਾਂ ਸਮਾਂ ਮੈਂ ਬੇਇੱਜ਼ਤ ਹੋ ਕੇ ਇਸ ਦੁਨੀਆ 'ਤੇ ਜਿਉਣਾ ਹੈ, ਕਿਉਂਕਿ ਲੋਕਾਂ ਦੇ ਤਾਨੇ ਮਿਹਣੇ ਮੈਨੂੰ ਸਹਿਣੇ ਪੈਣੇ ਹਨ, ਜੋ ਕਿ ਮੈਂ ਕਰਮ ਆਪ ਕਰੇ ਹਨ ਮਾੜੇ। ਉਹਨਾਂ ਕਰਮਾਂ ਦੇ ਕਰਕੇ ਇਸ ਦੁਨੀਆ ਨੇ ਮੈਨੂੰ ਲਾਹਣਤਾਂ ਪਾਉਣੀਆਂ ਹਨ। ਇਸ ਲਈ ਮਨੁੱਖ ਪਹਿਲਾਂ ਮਾੜੇ ਕਰਮ ਕਰ ਲੈਂਦਾ ਹੈ। ਭਗਤ ਜੀ ਕਹਿੰਦੇ ਫਿਰ ਉਹਨਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਮਾੜੇ ਕਰਮ ਹਨ ਜਿਹੜੇ ਮੈਂ ਕਰ ਚੁੱਕਾ ਹਾਂ, ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮੈਂ ਛੁਪਾ ਲਵਾਂ, ਕਿਉਂਕਿ ਪਰਮਾਤਮਾ ਤੋਂ ਉਹ ਛੁਪਾਏ ਨਹੀਂ ਜਾਣੇ। ਇਸ ਦੁਨੀਆ ਦੇ ਲੋਕਾਂ ਦੇ ਕੋਲੋਂ, ਇਸ ਦੁਨੀਆ ਦੇ ਕੋਲੋਂ ਉਹ ਪਾਪਾਂ ਨੂੰ ਕਿੰਨਾ ਸਮਾਂ ਛੁਪਾ ਲਵੇਂਗਾ। ਜਿਸ ਸਮੇਂ ਤੇਰੇ ਸਰੀਰ ਦੇ ਅੰਦਰੋਂ ਸੁਵਾਸਾਂ ਦੀ ਲੜੀ ਖਤਮ ਹੋ ਗਈ, ਉਸ ਸਮੇਂ ਪਰਮਾਤਮਾ ਨੇ, ਧਰਮਰਾਜ ਨੇ ਤੇਰਾ ਉਹ ਲੇਖਾ ਲੈਣਾ ਹੈ ਜਿਹੜੇ ਮਾੜੇ ਅਤੇ ਚੰਗੇ ਕਰਮ ਤੂੰ ਕੀਤੇ ਹਨ। ਕਿਉਂਕਿ ਮਨੁੱਖ ਮਾੜੇ ਅਤੇ ਚੰਗੇ ਕਰਮਾਂ ਕਰਕੇ ਹੀ ਪਰਮਾਤਮਾ ਦੇ ਨੇੜੇ ਹੁੰਦਾ ਹੈ ਅਤੇ ਪਰਮਾਤਮਾ ਤੋਂ ਦੂਰ ਹੁੰਦਾ ਹੈ। ਗੁਰੂ ਪਾਤਸ਼ਾਹ ਜੀ ਦਾ ਪਾਵਨ ਹੁਕਮ ਹੈ, ਕਰਮੀ ਆਪੋ ਆਪਣੀ ਕੇ ਨੇੜੇ। ਕਹਿੰਦੇ ਕਈ ਤਾਂ ਨੇੜੇ ਹਨ ਕਰਮਾਂ ਦੇ ਕਰਕੇ, ਜਿਹੜੇ ਚੰਗੇ ਕਰਮ ਕਰਦੇ ਹਨ ਉਹ ਪਰਮਾਤਮਾ ਦੇ ਨੇੜੇ ਹਨ, ਕੇ ਨੇੜੇ ਕੇ ਦੂਰ। ਕਹਿੰਦੇ ਕਈ ਮਨੁੱਖ ਆਪਣੇ ਮਾੜੇ ਕਰਮਾਂ ਕਰਕੇ, ਸ਼ਰਮਿੰਦਗੀ ਕਰਕੇ ਉਹ ਪਰਮਾਤਮਾ ਦੇ ਨਾਮ ਤੋਂ, ਉਹ ਪਰਮਾਤਮਾ ਦੀ ਬੰਦਗੀ ਤੋਂ ਦੂਰ ਹਨ। ਇਸ ਲਈ ਗੁਰੂ ਪਾਤਸ਼ਾਹ ਭਗਤ ਕਬੀਰ ਜੀ ਇਸ ਪਾਵਨ ਸਲੋਕ ਦੇ ਰਾਹੀਂ ਸਾਨੂੰ ਸਮਝਾਉਂਦੇ ਹਨ। ਕਹਿੰਦੇ ਪਾਪ ਪਹਿਲਾਂ ਮਨੁੱਖ ਕਰ ਲੈਂਦਾ ਹੈ, ਫਿਰ ਉਸ ਨੂੰ ਪਛਤਾਵਾ ਹੋ ਜਾਂਦਾ ਹੈ ਵੀ ਮੈਂ ਇਹ ਪਾਪ ਕੀਤਾ ਹੈ, ਦੁਨੀਆ ਵਾਲੇ ਮੈਨੂੰ ਕੀ ਕਹਿਣਗੇ, ਦੁਨੀਆ 'ਤੇ ਮੈਨੂੰ ਜਿੰਨਾ ਸਮਾਂ ਮੈਂ ਜਿਉਣਾ ਰਹਿਣਾ ਹਾਂ, ਜਿੰਨਾ ਸਮਾਂ ਮੇਰੀ ਜ਼ਿੰਦਗੀ ਹੈ, ਉਹਨਾਂ ਸਮਾਂ ਦੁਨੀਆ 'ਤੇ ਮੈਨੂੰ ਲਾਹਣਤਾਂ ਪੈਣਗੀਆਂ। ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਭਏ ਨਿਧਾਨ ਸਭ ਜਬ ਪੁੱਛੇ ਧਰਮ ਰਾਏ। ਕਹਿੰਦੇ ਫਿਰ ਉਹ ਪ੍ਰਗਟ ਹੋ ਜਾਣੇ ਹਨ ਦੁਨੀਆ ਦੇ ਲੋਕਾਂ ਦੇ ਕੋਲੋਂ, ਤਾਂ ਉਹ ਛੁਪਾ ਲਏ, ਦੁਨੀਆ ਨੂੰ ਤਾਂ ਨਹੀਂ ਪਤਾ ਲੱਗਿਆ। ਪ੍ਰਗਟ ਭਏ ਨਿਧਾਨ ਸਭ ਜਬ ਪੁੱਛੇ ਧਰਮ ਰਾਏ। ਕਹਿੰਦੇ ਜਦ ਉਹ ਧਰਮਰਾਜ ਦੇ ਕੋਲ ਜਾਣਾ ਹੈ, ਉਹ ਧਰਮਰਾਜ ਦੇ ਕੋਲ ਹਾਜ਼ਰ ਹੋਣਾ ਹੈ, ਤਾਂ ਤੇਰੇ ਕਰਮਾਂ ਦਾ ਲੇਖਾ ਹੋਣਾ ਹੈ। ਉਸ ਸਮੇਂ ਉਹ ਤੇਰੇ ਕਰਮ ਕੀਤੇ ਹੋਏ ਮਾੜੇ ਉਹ ਤੇਰੇ ਸਾਹਮਣੇ ਆ ਜਾਣੇ ਹਨ। ਕਿਉਂਕਿ ਮਾੜੇ ਕਰਮ ਮਨੁੱਖ ਰੱਬ ਦੇ ਕੋਲੋਂ ਡਰ ਕੇ ਨਹੀਂ ਕਰਦਾ। ਜੇ ਮਨੁੱਖ ਰੱਬ ਦੇ ਕੋਲੋਂ ਡਰਦਾ ਹੋਵੇ, ਹਰ ਸਮੇਂ ਉਹ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਹਾਈ ਮੰਨਦਾ ਹੋਵੇ, ਤਾਂ ਉਹ ਕਦੇ ਵੀ ਮਾੜੇ ਕਰਮਾਂ ਨੂੰ ਤਰਜੀਹ ਨਹੀਂ ਦੇਵੇਗਾ। ਜਦੋਂ ਉਹ ਪਰਮਾਤਮਾ ਨੂੰ ਆਪਣੇ ਕੋਲ ਨਹੀਂ ਮੰਨਦਾ, ਪਰਮਾਤਮਾ ਨੂੰ ਹਾਜ਼ਰ ਨਹੀਂ ਮੰਨਦਾ, ਹਰ ਇੱਕ ਮਨੁੱਖ ਨੂੰ ਪਰਮਾਤਮਾ ਦਾ ਰੂਪ ਨਹੀਂ ਮੰਨਦਾ, ਤਾਂ ਉਹ ਮਾੜੇ ਕਰਮਾਂ ਨੂੰ ਤਰਜੀਹ ਦਿੰਦਾ ਹੈ, ਮਾੜੇ ਕਰਮ ਕਰਦਾ ਹੈ। ਕਿਉਂਕਿ ਧਾਰਮਿਕ ਅਸਥਾਨਾਂ 'ਤੇ ਵੀ ਮਾੜੇ ਕਰਮ ਕੀਤੇ ਜਾਂਦੇ ਹਨ, ਪਰ ਉਹ ਪਰਮਾਤਮਾ ਤੋਂ, ਉਹ ਰੱਬ ਤੋਂ ਡਰ ਕੇ ਨਹੀਂ ਕੀਤੇ ਜਾਂਦੇ। ਉਹ ਰੱਬ ਦੇ ਕੋਲੋਂ ਨਹੀਂ ਡਰਦੇ ਜਿਹੜੇ ਮਾੜੇ ਕਰਮ ਧਾਰਮਿਕ ਅਸਥਾਨਾਂ 'ਤੇ ਵੀ ਕਰ ਜਾਂਦੇ ਹਨ। ਕਿਉਂਕਿ ਮਨੁੱਖ ਦੀ ਬਣਾਈ ਚੀਜ਼ ਤੋਂ ਮਨੁੱਖ ਡਰਦਾ ਹੈ, ਪਰ ਜੇ ਰੱਬ ਨੇ ਬਣਾਇਆ ਮਨੁੱਖ, ਪਰ ਉਹ ਪਰਮਾਤਮਾ ਤੋਂ ਨਹੀਂ ਡਰਦਾ। ਕਿਉਂਕਿ ਮਨੁੱਖ ਨੇ ਕੈਮਰਾ ਬਣਾ ਦਿੱਤਾ, ਉਹ ਕੈਮਰੇ ਦੇ ਕੋਲੋਂ ਹਰ ਇੱਕ ਮਨੁੱਖ ਡਰਦਾ ਹੈ। ਜੇ ਉਹ ਧਾਰਮਿਕ ਸਥਾਨ 'ਤੇ ਲੱਗਿਆ ਹੈ, ਉਸ ਦੇ ਕੋਲੋਂ ਹਰ ਇੱਕ ਮਨੁੱਖ ਡਰੇਗਾ, ਮਾੜਾ ਕਰਮ ਕਰਨ ਤੋਂ ਆਪਣੇ ਆਪ ਨੂੰ ਵਰਜੇਗਾ ਵੀ ਨਹੀਂ, ਇਸ ਜਗ੍ਹਾ 'ਤੇ ਕੈਮਰਾ ਹੈ। ਜੋ ਜਿਹੇ ਧਾਰਮਿਕ ਸਥਾਨ 'ਤੇ ਹੋਵੇ ਜਾਂ ਕਿਸੇ ਵੀ ਅਦਾਰੇ 'ਤੇ, ਕਿਸੇ ਵੀ ਜਗ੍ਹਾ 'ਤੇ ਹੋਵੇ, ਤਾਂ ਉਸ ਤੋਂ ਦੇਖ ਕੇ ਮਨੁੱਖ ਡਰਦਾ ਹੈ। ਜੇ ਪਰਮਾਤਮਾ ਨੂੰ ਸਦਾ ਲਈ ਅੰਗ ਸੰਗ ਮੰਨਿਆ ਜਾਵੇ, ਤਾਂ ਪਰਮਾਤਮਾ ਦਾ ਕੈਮਰਾ ਸਾਡੇ ਹਰ ਸੰਗ, ਹਰ ਸਮੇਂ ਨਾਲ ਹੈ। ਜੋ ਪਰਮਾਤਮਾ ਨੂੰ ਨਜ਼ਰ ਹਾਜ਼ਰ ਮੰਨੀਏ ਅਸੀਂ, ਤਾਂ ਪਰਮਾਤਮਾ ਸਾਡੇ ਨਾਲ ਹੈ। ਕਿਉਂਕਿ ਮਨੁੱਖ ਉਹ ਪਰਮਾਤਮਾ ਨੂੰ, ਪਰਮਾਤਮਾ ਦਾ ਡਰ ਆਪਣੇ ਮਨ ਦੇ ਵਿੱਚ ਨਹੀਂ ਰੱਖਦਾ।
ਉਹ ਕੇਵਲ ਮਨੁੱਖ ਦੀਆਂ ਬਣਾਈਆਂ ਵਸਤੂਆਂ ਦਾ ਡਰ ਆਪਣੇ ਮਨ ਦੇ ਅੰਦਰ ਰੱਖਦਾ ਹੈ, ਕਿਉਂਕਿ ਕੈਮਰਾ ਇੱਕ ਅਜਿਹੀ ਚੀਜ਼ ਹੈ, ਅਜਿਹੀ ਵਸਤੂ ਹੈ ਜਿਸ ਦੇ ਰਾਹੀਂ ਮਨੁੱਖ ਨੇ ਪਾਪ ਕੀਤਾ ਹੈ, ਤਾਂ ਉਸ ਦੇ ਰਾਹੀਂ ਮਨੁੱਖ ਦਾ ਪਾਪ ਦੁਨੀਆ ਦੇ ਸਾਹਮਣੇ ਆ ਜਾਣਾ ਹੈ, ਕਿਉਂਕਿ ਉਹ ਲੋਕਾਂ ਤੋਂ ਛੁਪਾ ਲੈਂਦਾ ਹੈ ਜਿੱਥੇ ਕੈਮਰਾ ਨਹੀਂ। ਉਹ ਲੋਕਾਂ ਤੋਂ ਛੁਪਾ ਲੈਂਦਾ ਹੈ ਵੀ ਕੋਈ ਗੱਲ ਨਹੀਂ, ਜੇ ਮੈਂ ਪਾਪ ਕਰ ਲਿਆ ਤਾਂ ਕਿਹੜਾ ਕਿਸੇ ਨੂੰ ਪਤਾ ਲੱਗਿਆ ਹੈ, ਮੈਂ ਪਾਪ ਕੀਤਾ ਹੈ, ਕੋਈ ਨਹੀਂ, ਜਦ ਰੱਬ ਲੇਖਾ ਮੰਗੇਗਾ ਦੇਖੀ ਜਾਣਾ ਹੈ। ਪਰ ਦੁਨੀਆ ਦੇ ਕੋਲੋਂ ਤਾਂ ਛੁਪਾ ਲਿਆ, ਉਸ ਰੱਬ ਦਾ ਵੀ ਧੰਨਵਾਦ ਕਰੀ ਜਾਂਦਾ ਹੈ, ਕਿਉਂਕਿ ਰੱਬ ਦਾ ਵੀ ਉਹ ਧੰਨਵਾਦ ਕਰਦਾ ਹੈ ਵੀ ਮੈਂ ਉਹ ਪਾਪ ਕੀਤਾ, ਤੁਸੀਂ ਨੇ ਕਿਰਪਾ ਕੀਤੀ ਹੈ ਵੀ ਉਹ ਪਾਪ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ। ਕਿਉਂਕਿ ਗੁਰੂ ਪਾਤਸ਼ਾਹ ਜੀ, ਭਗਤ ਜੀ ਉਹ ਕਹਿੰਦੇ ਜਿਹੜਾ ਕਰਮ ਕੀਤਾ ਉਹ ਧਰਮ ਰਾਜ ਤੋਂ, ਪਰਮਾਤਮਾ ਤੋਂ ਨਹੀਂ ਛੁਪਾਇਆ ਜਾਣਾ। ਉਹ ਪਰਮਾਤਮਾ ਨੇ ਤੈਨੂੰ ਕਦੇ ਨਾ ਕਦੇ ਉਹ ਮਾੜੇ ਕਰਮਾਂ ਦਾ ਫਲ ਦੇ ਹੀ ਦੇਣਾ ਹੈ। ਇਸ ਦੁਨੀਆ ਦੇ ਲੋਕਾਂ ਦੇ ਕੋਲੋਂ, ਇਸ ਦੁਨੀਆ ਦੇ ਕੋਲੋਂ, ਉਹ ਸੰਸਾਰ ਦੇ ਕੋਲੋਂ ਆਪਣੇ ਮਾੜੇ ਕਰਮਾਂ ਨੂੰ ਛੁਪਾ ਲਵੇਂਗਾ, ਪਰ ਜਿਹੜਾ ਕਰਮ ਤੈਂ ਮਾੜਾ ਕਰਿਆ ਹੈ ਉਹ ਪਰਮਾਤਮਾ ਦੇ ਕੋਲੋਂ ਕਦੇ ਵੀ ਛੁਪਾਇਆ ਨਹੀਂ ਜਾਣਾ। ਕਬੀਰ ਹਰਿ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ, ਧੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਦ। ਭਗਤ ਕਬੀਰ ਜੀ ਕਹਿੰਦੇ ਮਨੁੱਖ ਨੇ ਆਪਣੇ ਮਨ ਦੇ ਅੰਦਰ ਇੱਕ ਭਰਮ ਪਾਲ ਲਿਆ ਹੈ, ਇੱਕ ਮਾਣ ਜਿਹਾ ਪਾਲ ਲਿਆ ਹੈ ਵੀ ਮੈਂ ਇਸ ਦੁਨੀਆ 'ਤੇ ਹਾਂ, ਮੇਰੇ ਪਰਿਵਾਰ ਵਾਲੇ ਮੇਰੇ ਨਾਲ ਹਨ। ਜਿੰਨਾ ਸਮਾਂ ਮੇਰੇ ਪਰਿਵਾਰ ਵਾਲੇ ਮੇਰੇ ਨਾਲ ਹਨ, ਓਨਾ ਸਮਾਂ ਇਸ ਦੁਨੀਆ 'ਤੇ ਮੈਨੂੰ ਕੋਈ ਲਿਜਾਣ ਵਾਲਾ ਨਹੀਂ, ਮੈਨੂੰ ਦੁਨੀਆ 'ਤੇ ਕੁਝ ਹੋਣ ਵਾਲਾ ਨਹੀਂ। ਪਰ ਭਗਤ ਕਬੀਰ ਜੀ ਕਹਿੰਦੇ ਹਰ ਸਮੇਂ ਮੌਤ ਨੂੰ ਜੇ ਯਾਦ ਰੱਖਿਆ ਜਾਵੇ ਤਾਂ ਉਹ ਪਰਿਵਾਰ ਵਾਲਿਆਂ ਦਾ ਵੀ ਮੋਹ ਉਹ ਮਨੁੱਖ ਦੇ ਅੰਦਰੋਂ ਟੁੱਟ ਜਾਂਦਾ ਹੈ, ਕਿਉਂਕਿ ਉਹਨਾਂ ਨੇ ਉਹ ਨਾਲ ਜਾਣ ਵਾਲੇ ਨਹੀਂ, ਦੋਸਤ ਮਿੱਤਰ ਇਸ ਦੁਨੀਆ 'ਤੇ ਹਨ, ਉਹ ਕਦੇ ਵੀ ਤੇਰੇ ਨਾਲ ਨਹੀਂ ਜਾਣਗੇ। ਭਗਤ ਕਬੀਰ ਇਸ ਪਾਵਨ ਸ਼ਲੋਕ ਦੇ ਅੰਦਰ ਸਾਨੂੰ ਸਮਝਾਉਂਦੇ ਹਨ, ਕਹਿੰਦੇ ਮਨੁੱਖ ਨੇ ਆਪਣੇ ਅੰਦਰ ਭਰਮ ਪਾ ਲਿਆ, ਉਹ ਭਰਮ ਪਾਲੇ ਕਰਕੇ ਇਸ ਦੁਨੀਆ 'ਤੇ ਬੇਫਿਕਰ ਹੋ ਕੇ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹੈ, ਕਿਉਂਕਿ ਉਸ ਨੂੰ ਇਹ ਨਹੀਂ ਵੀ ਪਰਮਾਤਮਾ ਨੇ ਮੈਨੂੰ ਇਸ ਦੁਨੀਆ 'ਤੇ ਭੇਜਿਆ ਹੈ, ਮੈਨੂੰ ਇਹ ਸਰੀਰ ਬਖਸ਼ ਕੇ ਇਸ ਦੁਨੀਆ 'ਤੇ ਜਨਮ ਦਿੱਤਾ ਤਾਂ ਮੈਂ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਾਂ, ਪਰਮਾਤਮਾ ਨੂੰ ਯਾਦ ਕਰਾਂ। ਪਰ ਉਹਦੇ ਅੰਦਰ ਭਰਮ ਹੈ ਵੀ ਮੇਰੇ ਪਰਿਵਾਰ ਵਾਲੇ ਮੇਰੇ ਨਾਲ ਹਨ, ਇਹ ਸੰਸਾਰ, ਇਹ ਦੁਨੀਆ ਮੇਰੇ ਨਾਲ ਹੈ। ਪਰ ਅੰਤ ਸਮੇਂ ਭਗਤ ਜੀ ਕਹਿੰਦੇ ਕੋਈ ਨਾਲ ਖੜਨ ਵਾਲਾ ਨਹੀਂ, ਸਾਰਿਆਂ ਨੇ ਛੱਡ ਕੇ ਤੈਨੂੰ ਤੁਰ ਜਾਣਾ ਹੈ, ਕਿਉਂਕਿ ਇਹ ਭਰਮ ਹੈ ਮਨੁੱਖ ਦੇ ਅੰਦਰ ਹੈ। ਜਿਵੇਂ ਭਾਈ ਗੁਰਦਾਸ ਜੀ ਵੀ ਸਮਝਾਉਂਦੇ ਹਨ ਆਪਣੇ ਕਵਿੱਤ ਰਾਹੀਂ, ਕਹਿੰਦੇ ਮਨੁੱਖ ਦੇ ਅੰਦਰ ਭਰਮ, ਮਨੁੱਖ ਨੇ ਭਰਮ ਪਾਲ ਲਿਆ। ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚਲੋ, ਨੈਣ ਉਗਰਤ ਵਾਹੀ ਠਾਓ ਹੀ ਠਿਕਾਨੋ ਹੈ। ਕਹਿੰਦੇ ਜਿਵੇਂ ਇੱਕ ਤੇਲੀ ਨੇ ਬਲਦ ਨੂੰ ਜੋੜਿਆ ਹੈ ਤੇਲ ਕੱਢਣ ਵਾਸਤੇ ਕੁਲਾੜ 'ਤੇ, ਪਰ ਕਹਿੰਦੇ ਉਹਦੀਆਂ ਅੱਖਾਂ ਬੰਨੀਆਂ ਹਨ, ਉਹ ਬਲਦ ਸੋਚਦਾ ਹੈ ਵੀ ਮੈਂ ਬਹੁਤ ਸਫ਼ਰ ਤੈਅ ਕਰ ਲਿਆ ਹੈ, ਕਿਉਂਕਿ ਸ਼ਾਮ ਤੋਂ ਲੈ ਕੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਬਲਦ ਉਹ ਤੇਲੀ ਦਾ ਜਿਹੜਾ ਤੇਲ ਕੱਢਣ ਦਾ ਕੰਮ ਹੈ ਉਹ ਕਰਦਾ ਹੈ। ਉਹ ਸੋਚਦਾ ਹੈ ਵੀ ਮੈਂ ਬਹੁਤ ਸਫ਼ਰ ਤੈਅ ਕਰ ਲਿਆ, ਸਾਰਾ ਦਿਨ ਘੁੰਮਦਾ ਰਹਿੰਦਾ ਹੈ। ਪਰ ਜਦੋਂ ਅੰਤ ਸਮੇਂ ਜਦ ਉਹਨੂੰ ਹੋਸ਼ ਆਉਂਦੀ ਹੈ, ਜਦ ਉਹਨੂੰ ਪਤਾ ਲੱਗਦਾ, ਕਿਉਂਕਿ ਉਹ ਫਿਰੀ ਜਾਂਦਾ ਹੈ, ਜਦ ਉਹਨੂੰ ਪਤਾ ਲੱਗਦਾ, ਫਿਰ ਭਾਈ ਗੁਰਦਾਸ ਜੀ ਕਹਿੰਦੇ ਉਗਰਤ ਵਾਹੀ ਠਾਓ ਹੀ ਠਿਕਾਨੋ ਹੈ। ਕਹਿੰਦੇ ਉਹਨੇ ਵੇਖਿਆ ਕਿ ਮੈਂ ਤਾਂ ਉਸੇ ਜਗ੍ਹਾ 'ਤੇ ਖੜ੍ਹਾ। ਇਸ ਤਰ੍ਹਾਂ ਮਨੁੱਖ ਨੇ ਵੀ ਆਪਣੇ ਅੰਦਰ ਭਰਮ ਪਾ ਲਿਆ ਵੀ ਮੈਂ ਪਤਾ ਨਹੀਂ ਕੀ ਕਰ ਰਿਹਾ ਹਾਂ, ਮੈਂ ਆਪਣੇ ਪਰਿਵਾਰ ਦੇ ਲਈ ਇਸ ਦੁਨੀਆ 'ਤੇ ਹਾਂ, ਮੈਂ ਆਪਣੇ ਪਰਿਵਾਰ ਦੇ ਲਈ ਕੰਮ ਕਰ ਰਿਹਾ ਹਾਂ। ਪਰ ਜਦੋਂ ਉਹ ਭਗਤ ਭਾਈ ਗੁਰਦਾਸ ਜੀ ਕਹਿੰਦੇ ਤੂੰ ਸੋਚ ਕੇ ਵੇਖੀ ਤਾਂ ਤੂੰ ਖੜ੍ਹਾ ਹੀ ਉੱਥੇ ਹੈ, ਤੈਨੇ ਕੁਝ ਨਹੀਂ ਕੀਤਾ। ਜਿਸ ਕੰਮ ਦੇ ਲਈ ਪਰਮਾਤਮਾ ਨੇ ਸੰਸਾਰ 'ਤੇ ਭੇਜਿਆ ਹੈ ਉਹ ਕੰਮ ਤੈਨੇ ਨਹੀਂ ਕੀਤਾ।
ਜੈਸੇ ਜੇਬਰੀ ਬਟਤ ਆਂਦਰੋ ਅਚਿੰਤ ਚਿੱਤ, ਖਾਤ ਜਾਤ ਬਛਰੋ ਟੇਰ ਤੋਂ ਪਸਤਾਨੋ ਹੈ। ਕਹਿੰਦੇ ਜਿਵੇਂ ਇੱਕ ਅੰਨੇ ਵਿਅਕਤੀ ਨੂੰ ਸੁਭ ਬਟਨ ਲਾ ਦਈਏ ਨਾ, ਉਹ ਸੁਭ ਵੱਟ ਰਿਹਾ ਹੋਵੇ, ਪਿੱਛੇ ਖੜਾ ਬਛੁਰਾ, ਪਿੱਛੇ ਖੜਾ ਪਸ਼ੂ ਉਹ ਸੁਭ ਨੂੰ ਖਾ ਰਿਹਾ ਹੋਵੇ, ਕਿਉਂਕਿ ਉਹ ਅੰਨੇ ਮਨੁੱਖ ਨੂੰ ਤਾਂ ਨਹੀਂ ਵਿਖਦਾ ਵੀ ਕਿੰਨਾ ਕੁ ਮੈਂ ਸੁਭ ਵੱਟ ਲਿਆ। ਉਸ ਦੇ ਮਨ ਦੇ ਅੰਦਰ ਇਹ ਭਰਮ ਹੈ, ਕਹਿੰਦੇ ਭਰਮ ਹੈ, ਉਸ ਨੂੰ ਪੱਕਾ ਪਤਾ ਨਹੀਂ ਵੀ ਮੈਂ ਕਿੰਨਾ ਕੁ ਸੁਭ ਵੱਟ ਲਿਆ। ਉਹਦੇ ਮਨ ਦੇ ਅੰਦਰ ਇਹ ਭਰਮ ਹੈ ਵੀ ਮੈਂ ਬਹੁਤ ਵੱਡਾ ਸੁਭ ਵੱਟ ਲਿਆ ਹੈ, ਪਰ ਜਦੋਂ ਉਹ ਵੇਖਦਾ ਹੈ ਤਾਂ ਉੱਥੇ ਹੀ ਖੜਾ ਹੈ, ਉਹਨੇ ਕੁਝ ਵੀ ਨਹੀਂ ਕੀਤਾ। ਉਸ ਨੂੰ ਤਾਂ ਇਹ ਭਰਮ ਸੀ ਵੀ ਮੈਂ ਬਹੁਤ ਵੱਡਾ ਸੁਭ ਵੱਟ ਕੇ ਰੱਖ ਦਿੱਤਾ, ਪਰ ਉਹ ਬਛੜਾ ਕਹਿੰਦੇ ਉਹ ਸੁਭ ਨੂੰ ਖਾ ਗਿਆ। ਤਾਂ ਉਸਨੇ ਜਦ ਉਸ ਨੂੰ ਪਤਾ ਲੱਗਿਆ ਕਿ ਮੈਂ ਇੱਥੇ ਹੀ ਖੜਾ ਹਾਂ। ਜੈਸੇ ਮਿਰਗ ਤ੍ਰਿਸ਼ਨਾ ਲੋ ਧਾਵੈ ਮਿਰਗ ਤ੍ਰਿਖਾ ਬੰਤ, ਆਵਤ ਨਾ ਸ਼ਾਂਤ ਭ੍ਰਮਤ ਹੈਰਾਨੋ ਹੈ। ਕਹਿੰਦੇ ਜਿਵੇਂ ਮਿਰਗ ਪਾਣੀ ਦੀ ਤਲਾਸ਼ ਦੇ ਵਿੱਚ ਤੁਰਦਾ ਫਿਰਦਾ ਹੈ, ਉਹ ਬਹੁਤ ਦੂਰ ਤੱਕ ਦੌੜਦਾ ਹੈ, ਬਹੁਤ ਦੂਰ ਦਾ ਸਫ਼ਰ ਤੈਅ ਕਰ ਲੈਂਦਾ ਹੈ। ਉਸ ਨੂੰ ਇਹ ਹੁੰਦਾ ਵੀ ਮੈਂ ਬਹੁਤ ਦੂਰ ਤੱਕ ਦੌੜ ਗਿਆ, ਪਰ ਉਹਨੂੰ ਕੁਝ ਪਾਣੀ ਨਹੀਂ ਮਿਲਦਾ, ਉਹਨੂੰ ਕਿਤੇ ਵੀ ਪਾਣੀ ਪ੍ਰਾਪਤ ਨਹੀਂ ਹੁੰਦਾ। ਤਾਂ ਉਹ ਜਦ ਸੋਚਦਾ ਹੈ ਵੀ ਮੈਂ ਖੜਾ ਹੀ ਉੱਥੇ ਹਾਂ। ਇਸ ਲਈ ਮਨੁੱਖ ਦੀ ਵੀ ਇਹ ਬਿਰਤੀ ਹੈ, ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਦੌੜ ਭੱਜ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾ ਰਿਹਾ ਹੈ। ਭਾਈ ਗੁਰਦਾਸ ਜੀ ਕਹਿੰਦੇ ਕੀਤਾ ਕੁਝ ਨਹੀਂ, ਅਸੀਂ ਖੜੇ ਉੱਥੇ ਹਾਂ। ਜੇ ਉਹ ਪਰਮਾਤਮਾ ਨੇ ਸਾਨੂੰ ਇਸ ਸੰਸਾਰ 'ਤੇ ਭੇਜਿਆ ਹੈ, ਉਹ ਪਰਮਾਤਮਾ ਦੀ ਬੰਦਗੀ ਕਰਨ, ਪਰਮਾਤਮਾ ਦਾ ਸਿਮਰਨ ਕਰਨ। ਕੁਝ ਮਾਤਰ ਤਾਂ ਅਸੀਂ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੋੜੀਏ, ਪਰਮਾਤਮਾ ਦੇ ਨਾਮ ਦੇ ਨਾਲ ਆਪਣੇ ਜੀਵਨ ਨੂੰ ਸਫਲਾ ਕਰੀਏ। ਕਹਿੰਦੇ ਅਸੀਂ ਖੜੇ ਹੀ ਉੱਥੇ ਹਾਂ, ਕਿਉਂਕਿ ਮਨੁੱਖ ਸੋਚਦਾ ਵੀ ਮੈਂ ਬਹੁਤ ਕੁਝ ਕਰ ਲਿਆ, ਕੇਵਲ ਆਪਣੇ ਪਰਿਵਾਰ ਦੇ ਲਈ, ਉਸ ਤੋਂ ਵੱਧ ਕੁਝ ਨਹੀਂ। ਕਿਉਂਕਿ ਪਰਿਵਾਰ ਦੇ ਲਈ ਹਰ ਕੋਈ ਕਰਦਾ ਹੈ, ਪਰ ਜੇ ਦੁਨੀਆ ਦੇ ਵਾਸਤੇ ਕੀਤਾ ਜਾਵੇ ਫਿਰ ਉਹ ਸਾਡੇ ਲਈ ਲਾਭਦਾਇਕ ਹੈ। ਕਿਉਂਕਿ ਸਾਡੇ ਗੁਰੂਆਂ ਦਾ ਇਤਿਹਾਸ ਅਸੀਂ ਪੜ੍ਹ ਲਈਏ, ਉਹਨਾਂ ਨੇ ਆਪਣੇ ਪਰਿਵਾਰ ਦੇ ਲਈ ਨਹੀਂ ਕੀਤਾ, ਉਹਨਾਂ ਨੇ ਇਸ ਸੰਸਾਰ ਦੇ ਲਈ, ਇਸ ਦੁਨੀਆ ਦੇ ਲਈ ਆਪਣੇ ਬਲੀਦਾਨ ਦੇ ਕੇ ਸਾਨੂੰ ਇਹ ਜੀਵਨ ਬਖਸ਼ ਕੀਤਾ ਹੈ। ਭਗਤ ਕਬੀਰ ਜੀ ਇਸ ਪਾਵਨ ਸਲੋਕ ਦੇ ਰਾਹੀਂ ਸਾਡਾ ਇਹ ਜਿਹੜਾ ਕੁਟੰਬ ਪਾਲਿਆ, ਕਹਿੰਦੇ ਜਿਹੜਾ ਭਰਮ ਤੈਨੇ ਪਾਲ ਲਿਆ, ਇਸ ਨੂੰ ਦੂਰ ਕਰਦੇ ਹਨ। ਕਬੀਰ ਹਰ ਕਾ ਸਿਮਰਨ ਛੱਡ ਕੇ, ਕਹਿੰਦੇ ਪਰਮਾਤਮਾ ਦੇ ਸਿਮਰਨ ਨੂੰ ਤਾਂ ਛੱਡ ਦਿੱਤਾ, ਕਿਉਂਕਿ ਆਪਣੇ ਪਰਿਵਾਰ ਦੇ ਵਿੱਚ ਜੁੜ ਗਿਆ। ਪਰਿਵਾਰ ਦਾ ਜਿਹੜਾ ਮੋਹ ਸੀ, ਪਰਿਵਾਰ ਦਾ ਜਿਹੜਾ ਪਿਆਰ ਸੀ, ਉਹਦੇ ਵਿੱਚ ਜੁੜ ਗਿਆ। ਉਹਦੇ ਅੰਦਰ ਭਰਮ ਪੈਦਾ ਹੋ ਗਿਆ ਪਰਮਾਤਮਾ ਦੇ ਸਿਮਰਨ ਨੂੰ ਛੱਡ ਕੇ, ਵੀ ਮੈਂ ਬਹੁਤ ਕੁਝ ਦੁਨੀਆ 'ਤੇ ਕਰ ਲਿਆ। ਧੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਦ। ਕਹਿੰਦੇ ਧੰਦਾ ਕਰਦੇ ਨੇ ਇਸ ਸੰਸਾਰ ਦੇ ਵਿੱਚ, ਆਪਣੀ ਇਸ ਸੁੰਦਰ ਦੇਹੀ ਨੂੰ ਗਾਲ ਲਿਆ। ਕੇਵਲ ਆਪਣੇ ਪਰਿਵਾਰ ਦੇ ਲਈ, ਇਸ ਦੁਨੀਆ ਦੇ ਲਈ ਧੰਦਾ ਕਰਦਿਆਂ ਨੇ ਕਹਿੰਦੇ ਆਪਣੇ ਇਹ ਸੋਨੇ ਵਰਗੀ ਸੁੰਦਰ ਦੇਹੀ ਨੂੰ ਗਾਲ ਕੇ, ਕਹਿੰਦੇ ਅੰਤ ਸਮੇਂ ਜਿਹੜਿਆਂ ਨੂੰ ਨਾਲ ਸਮਝਦਾ ਸੀ ਉਹ ਵੀ ਨਾਲ ਨਹੀਂ ਗਏ, ਕਿਉਂਕਿ ਉਹ ਵੀ ਅੱਗ ਦੇ ਵਿੱਚ ਰੱਖ ਕੇ ਪਛਾਂ ਨੂੰ ਮੁੜ ਕੇ ਵਾਪਸ ਘਰਾਂ ਨੂੰ ਆ ਗਏ। ਉਸ ਸਮੇਂ ਕੋਈ ਨਾਲ ਜਾਣ ਵਾਲਾ ਨਹੀਂ, ਕਿਉਂਕਿ ਮਨੁੱਖ ਇਹ ਸੋਚਦਾ ਹੈ ਵੀ ਪਰਿਵਾਰ ਮੇਰੇ ਨਾਲ ਹੈ, ਪਰ ਪਰਿਵਾਰ ਵੀ ਅੰਤ ਸਮੇਂ ਖੜਨ ਵਾਲਾ ਨਹੀਂ, ਕਿਉਂਕਿ ਸਥਿਤੀ ਇਹੀ ਜਿਹੀ ਹੋ ਜਾਂਦੀ ਹੈ, ਉਸ ਸਮੇਂ ਕੋਈ ਨਾਲ ਨਹੀਂ ਜਾਣ ਵਾਲਾ। ਇਸ ਲਈ ਤਾਂ ਗੁਰਬਾਣੀ ਸਾਨੂੰ ਕਹਿੰਦੀ ਹੈ ਵੀ ਅਸੀਂ ਆਪਣੇ ਆਪ ਨੂੰ ਪਛਾਣੀਏ, ਆਪਣੇ ਅੰਦਰ ਪਰਮਾਤਮਾ ਦੀ ਜੋਤ ਨੂੰ ਪਛਾਣੀਏ, ਜਿਹਨੇ ਸਾਡੇ ਨਾਲ ਅੰਗ ਸੰਗ ਹਰ ਸਮੇਂ ਸਹਾਈ ਹੋਣਾ ਹੈ। ਕਿਉਂਕਿ ਜਦ ਅਸੀਂ ਕਿਸੇ ਵਸਤੂ 'ਤੇ, ਕਿਸੇ ਵੀ ਸਾਧਨ 'ਤੇ ਸਫ਼ਰ ਤੈਅ ਕਰਦੇ ਹਾਂ, ਉਹ ਸਫ਼ਰ ਦੇ ਨਾਲ ਅਸੀਂ ਮੋਹ, ਉਹ ਵਸਤੂ ਦੇ ਨਾਲ ਜਿਹੜਾ ਸਾਧਨ ਹੁੰਦਾ ਹੈ ਉਸ ਦੇ ਨਾਲ ਅਸੀਂ ਮੋਹ ਨਹੀਂ ਪਾਉਂਦੇ। ਜੇ ਉਹ ਬਾਈਕ ਹੋਵੇ, ਬੱਸ ਹੋਵੇ ਜਾਂ ਕਾਰ ਹੋਵੇ, ਅਸੀਂ ਉਸ 'ਤੇ ਸਫ਼ਰ ਤੈਅ ਕਰਦੇ ਹਾਂ। ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣ ਦੇ ਲਈ ਸਾਡੇ ਨਾਲ ਉਹ ਸਹਾਈ ਹੈ, ਪਰ ਉਹਦੇ ਨਾਲ ਅਸੀਂ ਕਦੇ ਵੀ ਮੋਹ ਨਹੀਂ ਪਾਇਆ। ਪਰ ਇਸੇ ਤਰ੍ਹਾਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਹਦੇ ਵੀ ਜਿਹੜਾ ਤੇਰਾ ਪਰਿਵਾਰ ਹੈ ਉਹ ਤੇਰੇ ਲਈ ਇੱਕ ਸਾਧਨ ਦਾ ਕੰਮ ਹੈ। ਜਿਸ ਤਰ੍ਹਾਂ ਤੂੰ ਸਾਧਨਾਂ ਦੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਚਲਾ ਜਾਂਦਾ ਹੈ, ਪਰ ਉਹ ਸਾਧਨ ਦੇ ਨਾਲ ਕਦੇ ਮੋਹ ਨਹੀਂ ਪਾਉਂਦਾ। ਇਸ ਤਰ੍ਹਾਂ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਮੋਹ ਨਾ ਪਾਈ। ਪਰਿਵਾਰ ਤੇਰੇ ਨਾਲ ਇੱਕ ਸਾਧਨ ਦੀ ਤਰ੍ਹਾਂ ਹੈ,
ਤੇਰੇ ਨਾਲ ਸਹਾਈ ਹੈ, ਹਰ ਸਮੇਂ ਖੜਨ ਵਾਲਾ ਹੈ। ਕਿਉਂਕਿ ਪਰਮਾਤਮਾ ਹਰ ਸਮੇਂ ਤੇਰੇ ਨਾਲ ਖੜੂਗਾ। ਜਿਹੜਾ ਪਰਿਵਾਰ ਹੈ ਉਹ ਸੰਸਾਰ ਦੇ ਵਿੱਚ ਤੇਰੇ ਨਾਲ ਖੜੂਗਾ। ਜਿਹੜਾ ਸੰਸਾਰ ਦੇ ਵਿੱਚ ਪਰਿਵਾਰ ਤੇਰੇ ਨਾਲ ਖੜੇਗਾ ਉਹ ਕੇਵਲ ਸਾਧਨ ਦੀ ਤਰ੍ਹਾਂ ਹੈ। ਜਿਵੇਂ ਤੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਦੇ ਲਈ ਸਾਧਨਾਂ ਦੀ ਵਰਤੋਂ ਕੀਤੀ, ਇਸ ਤਰ੍ਹਾਂ ਸੰਸਾਰ ਦੇ ਵਿੱਚ ਵਿਚਰਨ ਦੇ ਲਈ ਪਰਮਾਤਮਾ ਉਹ ਪਰਿਵਾਰ ਵਾਲੇ ਤੇਰੇ ਸਹਾਈ ਹਨ। ਜਿਸ ਸਮੇਂ ਤੈਨੂੰ ਉਸ ਅਗਨੀ ਦੇ ਵਿੱਚ ਪਾ ਦਿੱਤਾ, ਜਿਸ ਸਮੇਂ ਇਸ ਧਰਤੀ ਦੇ ਵਿੱਚ ਤੈਨੂੰ ਦੱਬ ਦਿੱਤਾ ਗਿਆ, ਉਸ ਤੋਂ ਬਾਅਦ ਉਹ ਪਰਿਵਾਰ ਵਾਲੇ ਤੇਰੇ ਨਾਲ ਨਹੀਂ। ਉਹ ਪਰਿਵਾਰ ਵਾਲਿਆਂ ਨੂੰ ਤੇਰੇ ਨਾਲੋਂ ਮੋਹ ਟੁੱਟ ਜਾਣਾ ਹੈ। ਕਬੀਰ ਹਰਿ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ, ਸਰਪਨ ਹੋਏ ਕੈ ਉਤਰੈ ਜਾਏ ਆਪਣੇ ਖਾਏ। ਭਗਤ ਕਬੀਰ ਜੀ ਇਸ ਪਾਵਨ ਸਲੋਕ ਦੇ ਰਾਹੀਂ ਵੀ ਸਾਨੂੰ ਸਮਝਾਉਂਦੇ ਹਨ। ਕਹਿੰਦੇ ਹਰਿ ਕਾ ਸਿਮਰਨ ਛੱਡ ਕੇ, ਕਹਿੰਦੇ ਉਹ ਪਰਮਾਤਮਾ ਦੇ ਸਿਮਰਨ ਨੂੰ ਛੱਡ ਕੇ ਇਹ ਸਲੋਕਾਂ ਦੇ ਰਾਹੀਂ ਇਹ ਸਮਝਾਉਂਦੇ ਨੇ। ਕਹਿੰਦੇ ਉਹ ਪਰਮਾਤਮਾ ਦੇ ਸਿਮਰਨ ਨੂੰ ਜਿਹੜਾ ਅਸੀਂ ਛੱਡਿਆ ਹੈ ਨਾ, ਉਹ ਪਰਮਾਤਮਾ ਦੇ ਸਿਮਰਨ ਨੂੰ ਛੱਡ ਕੇ ਮਨੁੱਖ ਇਸ ਦੁਨੀਆ 'ਤੇ ਰਹਿੰਦਾ ਹੋਇਆ ਕੀ ਕਰਮ ਕਰਦਾ ਹੈ। ਉਹ ਕਰਮ ਸਾਨੂੰ ਦੱਸ ਰਹੇ ਹਨ। ਉਹ ਜਿਹੜੇ ਸਾਡੇ ਕਰਮ ਕੀਤੇ ਹੋਏ ਨੇ, ਪਖੰਡ ਕੀਤੇ ਹੋਏ ਹਨ। ਭਗਤ ਕਬੀਰ ਜੀ ਉਹਨਾਂ ਨੂੰ, ਉਹ ਪਖੰਡਾਂ ਨੂੰ ਸਾਡੇ ਸਾਹਮਣੇ ਰੱਖ ਰਹੇ ਹਨ। ਜੇ ਅਸੀਂ ਆਪਣੇ ਮਨ ਦੇ ਅੰਦਰ ਬੜੀ ਧਿਆਨ ਦੇ ਨਾਲ ਨਿਗਾਹ ਮਾਰੀਏ ਤਾਂ ਉਹ ਕਰਮ ਸਾਡੇ ਸਾਹਮਣੇ ਆਉਣਗੇ। ਜੇ ਅਸੀਂ ਇਹ ਪਾਵਨ ਸਲੋਕਾਂ ਦੀ ਵਿਚਾਰ ਨੂੰ ਮਨ ਦੀ ਇਕਾਗਰਤਾ ਕਰਕੇ ਸੁਣਨ ਦਾ ਯਤਨ ਕਰਦੇ ਹਾਂ ਤਾਂ ਭਗਤ ਜੀ ਇਹ ਜਿਹੜੇ ਕਰੇ ਹੋਏ ਕਰਮ ਹਨ ਸਾਡੇ, ਉਹਨਾਂ ਨੂੰ ਸਾਡੇ ਸਾਹਮਣੇ ਰੱਖਦੇ ਹਨ। ਕਹਿੰਦੇ ਉਹ ਪਰਮਾਤਮਾ ਦੇ ਸਿਮਰਨ ਨੂੰ ਛੱਡ ਕੇ ਉਹਨੇ ਬਹੁਤ ਵੱਡਾ ਕੁਟੁੰਬ ਪਾਲਿਆ ਸੀ, ਕਿਉਂਕਿ ਅਸੀਂ ਵੀ ਪਾਲਿਆ ਹੋਇਆ ਹੈ। ਕਹਿੰਦੇ ਉਹ ਜਦ ਧੰਦਾ ਕਰਤਾ, ਕਹਿੰਦਾ ਇਸ ਜੱਗ ਦੇ ਵਿੱਚ ਧੰਦਾ ਕਰਦਾ ਹੀ ਚਲਾ ਗਿਆ, ਉਸਨੇ ਪਰਮਾਤਮਾ ਦੇ ਨਾਮ ਨੂੰ ਨਹੀਂ ਸਿਮਰਿਆ ਨਾ। ਕਹਿੰਦੇ ਉਹਦੇ ਲਈ ਇਸ ਤੋਂ ਨੁਕਸਾਨਦਾਇਕ ਗੱਲ ਕੋਈ ਨਹੀਂ, ਇਸ ਤੋਂ ਮਾੜੀ ਗੱਲ ਕੋਈ ਨਹੀਂ। ਕਬੀਰ ਹਰਿ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ। ਕਹਿੰਦੇ ਉਹ ਪਰਮਾਤਮਾ ਦੇ ਸਿਮਰਨ ਨੂੰ ਛੱਡ ਕੇ ਮਨੁੱਖ ਉਹ ਪਖੰਡਾਂ ਦੇ ਵਿੱਚ ਪੈ ਜਾਂਦਾ ਹੈ। ਕਹਿੰਦੇ ਰਾਤ ਨੂੰ ਮੜੀਆਂ 'ਤੇ ਮਸਾਣੀਆਂ 'ਤੇ ਜਾ ਕੇ ਦੀਵੇ ਜਗਾਉਂਦਾ ਹੈ। ਕਬੀਰ ਹਰਿ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ। ਕਹਿੰਦੇ ਰਾਤ ਨੂੰ ਉਹਨਾਂ ਮੜੀਆਂ 'ਤੇ, ਉਹਨਾਂ ਬਾਬਿਆਂ ਦੀਆਂ ਪਖੰਡਾਂ ਦੇ ਦੱਸੇ ਹੋਏ ਰਾਹਾਂ 'ਤੇ ਚੱਲ ਕੇ ਦੀਵਿਆਂ ਨੂੰ ਜਗਾਉਣ ਦੇ ਲਈ ਰਾਤ ਨੂੰ ਤੁਰਦਾ ਹੈ। ਕਹਿੰਦੇ ਉਹ ਫਿਰ ਉਸ ਦੇ ਨਾਲ ਹੁੰਦਾ ਕੀ ਹੈ, ਸਰਪਣ ਹੋਈ ਕੈ ਉਤਰੈ ਜਾਏ ਆਪਣੇ ਖਾਏ। ਕਹਿੰਦੇ ਜਦੋਂ ਇਸ ਸੰਸਾਰ ਦੇ ਅੰਦਰੋਂ ਉਹ ਚਲਾ ਜਾਣਾ ਹੈ, ਉਸ ਨੂੰ ਸਰਪਣ ਦੀ ਭਾਵ ਸੱਪ ਦੀ ਜੋਨੀ ਦੇ ਵਿੱਚ ਪੈ ਕੇ, ਜਿਵੇਂ ਸੱਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ, ਇਸ ਤਰ੍ਹਾਂ ਭਰਮ ਦੇ ਵਿੱਚ ਪਿਆ ਹੋਇਆ ਮਨੁੱਖ ਆਪਣੇ ਬੱਚਿਆਂ ਦੇ ਭਵਿੱਖ ਨੂੰ ਖਾ ਜਾਂਦਾ ਹੈ। ਕਿਉਂਕਿ ਜਿਹੜੇ ਉਹਨੇ ਪੜ੍ਹ ਕੇ ਇਸ ਦੁਨਿਆਵੀ ਗਿਆਨ ਨੂੰ, ਪਰਮਾਤਮਾ ਦੇ ਵੱਲੋਂ ਦਿੱਤੇ ਉਪਦੇਸ਼ਾਂ ਨੂੰ ਪੜ੍ਹ ਕੇ ਆਪਣੇ ਬੱਚਿਆਂ ਨੂੰ ਇੱਕ ਸਿੱਧੇ ਰਾਹ 'ਤੇ ਤੋਰਨਾ ਸੀ, ਪਰ ਉਹ ਆਪ ਪਖੰਡਾਂ ਦੇ ਵਿੱਚ ਪੈਣ ਕਰਕੇ, ਕਹਿੰਦੇ ਉਹ ਭਰਮਾਂ ਦੇ ਵਿੱਚ ਪੈਣ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਦਾ ਨੁਕਸਾਨ ਕਰ ਦਿੰਦਾ ਹੈ। ਉਹਨਾਂ ਨੂੰ ਕੋਈ ਸਹੀ ਸੇਧ ਦੇਣ ਦੇ ਯੋਗ ਨਹੀਂ ਰਹਿੰਦਾ। ਸਰਪਣ ਹੋਏ ਕੈ ਉਤਰੈ ਜਾਏ ਆਪਣੇ ਖਾਏ। ਕਹਿੰਦੇ ਜਿਵੇਂ ਸੱਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ ਨਾ, ਉਸੇ ਤਰ੍ਹਾਂ ਜਿਹੜਾ ਪਖੰਡ ਦੇ ਵਿੱਚ ਪਿਆ ਹੋਇਆ ਮਨੁੱਖ, ਉਹ ਆਪਣਿਆਂ ਬੱਚਿਆਂ ਦੇ ਭਵਿੱਖ ਨੂੰ ਖਾ ਜਾਂਦਾ ਹੈ। ਕਿਉਂਕਿ ਉਹਨਾਂ ਨੂੰ ਉਹ ਦੱਸਣ ਵਾਲਾ ਨਹੀਂ। ਕਿਉਂਕਿ ਉਹਨੇ ਜਦ ਚੰਗਾ ਕਰਮ ਨਹੀਂ ਕੀਤਾ, ਉਹਨੇ ਪਖੰਡ ਕੀਤੇ ਹਨ, ਤਾਂ ਆਪਣੇ ਬੱਚਿਆਂ ਨੂੰ ਵੀ ਉਹ ਪਖੰਡਾਂ ਦੇ ਨਾਲ ਹੀ ਜੁੜੇਗਾ। ਕਿਉਂਕਿ ਪਖੰਡਾਂ ਦੇ ਵਿੱਚ ਪੈਣ ਕਰਕੇ ਪਰਮਾਤਮਾ ਦੇ ਨਾਲ ਨਹੀਂ ਜੁੜਿਆ ਜਾਣਾ। ਕਿਉਂਕਿ ਪਖੰਡਾਂ ਦੇ ਵਿੱਚ ਪੈਣ ਕਰਕੇ ਉਹ ਪਰਮਾਤਮਾ ਦੇ ਨਾਲ ਨਹੀਂ ਜੁੜਿਆ ਜਾਣਾ। ਕੇਵਲ ਪਖੰਡ ਸਾਡੇ ਲਈ ਇੱਕ ਸਾਧਨ ਹੈ ਵੀ ਅਸੀਂ ਸੌਖੇ ਤਰੀਕੇ ਨਾਲ ਉਹ ਪਰਮਾਤਮਾ ਨੂੰ ਮਿਲ ਸਕੀਏ। ਅਸੀਂ ਇਹ ਸਮਝਦੇ ਹਾਂ ਵੀ ਉਹ ਪਖੰਡ ਹਨ ਜਿਹੜੇ ਉਹ ਸਾਡਾ ਸਾਧਨ ਨੇ, ਜਿਨ੍ਹਾਂ ਦੇ ਰਾਹੀਂ ਅਸੀਂ ਪਰਮਾਤਮਾ ਨੂੰ ਮਿਲਣ ਦਾ ਯਤਨ ਕਰਦੇ ਹਾਂ, ਪਰ ਪਰਮਾਤਮਾ ਉਹਨਾਂ ਪਖੰਡਾਂ ਦੇ ਰਾਹੀਂ ਨਹੀਂ ਮਿਲਣ ਵਾਲਾ। ਕਬੀਰ ਹਰਿ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ। ਕਹਿੰਦੇ ਜਿਵੇਂ ਇੱਕ ਇਸਤਰੀ
ਸੀਤਲਾ ਦੇਵੀ ਦਾ ਵਰਤ ਰੱਖਦੀ ਹੈ ਨਾ, ਕਬੀਰ ਹਰ ਕਾ ਸਿਮਰਨ ਛੱਡ ਕੇ ਉਹ ਹੀ ਰਾਖੈ ਨਾਰ। ਕਹਿੰਦੇ ਸੀਤਲਾ ਦੇਵੀ ਜਿਹੜੀ ਉਹ ਗਧੇ 'ਤੇ ਬੈਠੀ ਹੁੰਦੀ ਹੈ, ਉਸ ਦਾ ਕਹਿੰਦੇ ਜਦ ਵਰਤ ਰੱਖਦੀ ਹੈ, ਗਦਹੀ ਹੋਏ ਕੈ ਅਵਤਰੈ ਪਾਰਸ ਹੈ ਮਨ ਚਾਰ। ਕਹਿੰਦੇ ਉਹਦੇ ਨਾਲ ਕੀ ਹੁੰਦਾ, ਕਹਿੰਦੇ ਜਦ ਉਹਦਾ ਜੀਵਨ ਖਤਮ ਹੋ ਜਾਂਦਾ ਹੈ ਨਾ, ਉਹਨੇ ਪਖੰਡ ਇੱਥੇ ਸੰਸਾਰ 'ਤੇ ਰਹਿੰਦਿਆਂ ਕਰੇ, ਗਦਹੀ ਹੋਏ ਕੈ ਅਵਤਰੈ ਪਾਰਸ ਹੈ ਮਨ ਚਾਰ। ਕਹਿੰਦੇ ਉਹ ਫਿਰ ਗਦਹੀ ਦੀ ਜੌਨੀ ਦੇ ਵਿੱਚ ਆ ਜਾਂਦੀ ਹੈ। ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਉਹ ਕੇਵਲ ਪਖੰਡਾਂ ਦੇ ਵਿੱਚ ਪੈ ਕੇ ਆਪਣੇ ਪਰਿਵਾਰ ਦੇ ਭਾਰ ਨੂੰ ਚੱਕੀ ਫਿਰਦੀ ਹੈ, ਕਿਉਂਕਿ ਉਹ ਕਦੇ ਸੇਧ ਨਹੀਂ ਦੇ ਸਕਦੀ ਵੀ ਇੱਦਾਂ ਆਪਾਂ ਚੰਗੀ ਗੱਲ ਕਰ ਲਈਏ ਪਰਿਵਾਰ ਦੇ ਵਿੱਚ ਬੈਠ ਕੇ। ਉਹ ਕਦੇ ਵੀ ਆਪਣੇ ਬੱਚਿਆਂ ਨੂੰ ਚੰਗੀ ਗੱਲ ਦੀ ਸਿੱਖਿਆ ਨਹੀਂ ਦੇਣ ਵਾਲੀ। ਉਹ ਕੇਵਲ ਆਪਣੇ ਮਨ ਦੇ ਵਿੱਚ ਇਹ ਸੋਚਦੀ ਹੈ ਵੀ ਮੇਰੇ ਬੱਚਿਆਂ ਦਾ ਹੋਣਾ ਕੀ ਹੈ, ਇਹਨਾਂ ਦਾ ਭਵਿੱਖ ਕੀ ਹੋਣਾ, ਕਿਉਂਕਿ ਉਹਨੇ ਭਵਿੱਖ ਬਣਾਇਆ ਨਹੀਂ। ਇਸ ਲਈ ਭਗਤ ਜੀ ਕਹਿੰਦੇ ਜਿਵੇਂ ਇੱਕ ਗਧਾ ਭਾਰ ਢੋਂਦਾ ਹੈ ਨਾ, ਉਸੇ ਤਰ੍ਹਾਂ ਉਹ ਜਿਹੜੀ ਇਸਤਰੀ ਹੈ ਜਿਹੜੀ ਉਹਨਾਂ ਦੇਵੀਆਂ ਦੇ ਵਰਤ ਰੱਖਦੇ, ਜਿਹੜੀ ਗਧਿਆਂ 'ਤੇ ਬੈਠੀਆਂ ਨੇ। ਕਹਿੰਦੇ ਗਧੇ ਦਾ ਕੰਮ ਕੀ ਹੈ, ਉਹ ਭਾਰ ਢੋਣ ਦਾ ਉਹਦਾ ਕੰਮ ਹੈ। ਇਸੇ ਤਰ੍ਹਾਂ ਉਹ ਇਸਤਰੀ ਆਪਣੇ ਬੱਚਿਆਂ ਨੂੰ ਜ਼ਿਆਦਾ ਸਿੱਖਿਆ ਨਹੀਂ ਦੇ ਸਕਦੀ। ਉਹ ਕੇਵਲ ਆਪਣੇ ਮਨ ਦੇ ਉੱਪਰ ਉਹ ਭਾਰ ਪਾ ਲੈਂਦੀ ਹੈ, ਜਿਵੇਂ ਗਧੀ ਆਪਣੇ ਉੱਪਰ ਭਾਰ ਢੋਂਦੀ ਹੈ। ਉਹ ਮਨ ਦੇ ਅੰਦਰ ਭਾਰ ਪਾ ਲੈਂਦੀ ਹੈ, ਜਿਵੇਂ ਇੱਕ ਗਧੀ ਆਪਣੇ ਉੱਪਰ ਭਾਰ ਢੋਂਦੀ ਹੈ। ਉਸ ਤੋਂ ਬਾਅਦ ਕਹਿੰਦੇ ਕੁਝ ਨਹੀਂ, ਆਪਣੇ ਬੱਚਿਆਂ ਨੂੰ ਕੋਈ ਸਿੱਖਿਆ ਨਹੀਂ ਦੇ ਸਕਦੀ। ਕਬੀਰ ਚਤੁਰਾਈ ਅਤ ਘਣੀ, ਹਰ ਜਪ ਹਿਰਦੈ ਮਾਹੇ। ਭਗਤ ਕਬੀਰ ਜੀ ਨੇ ਪਹਿਲਾਂ ਵਾਲੇ ਸ਼ਲੋਕਾਂ ਦੇ ਵਿੱਚ ਸਾਨੂੰ ਸਮਝਾਇਆ, ਕਹਿੰਦੇ ਕਿਵੇਂ ਮਨੁੱਖ ਪਰਮਾਤਮਾ ਦਾ ਸਿਮਰਨ ਛੱਡ ਕੇ ਕੀ ਕਰਮਕਾਂਡ ਕਰਦਾ ਹੈ। ਹੁਣ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਤੇਰੀ ਇਹ ਸਿਆਣਪ ਹੈ ਭਾਈ, ਤੇਰੇ ਲਈ ਇਹ ਬਹੁਤ ਵੱਡੀ ਸਿਆਣਪ ਹੈ ਜੀ ਤੂੰ ਇਹ ਸਾਰੇ ਪਖੰਡ ਛੱਡ ਕੇ ਉਹ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਕਰ, ਕਿਉਂਕਿ ਉਹ ਪਰਮਾਤਮਾ ਨੇ ਹੀ ਤੇਰੇ ਨਾਲ ਸਹਾਈ ਹੋਣਾ ਹੈ। ਇਹ ਸਾਰੇ ਕਰਮ ਕਾਂਡਾਂ ਨੂੰ ਛੱਡ ਕੇ ਉਹ ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜੀਏ, ਤਾਂ ਕਿ ਸਾਡਾ ਵੀ ਜੀਵਨ ਸਫਲ ਹੋਵੇ। ਕਿਉਂਕਿ ਤੇਰੀ ਕਹਿੰਦੇ ਇਹ ਸਿਆਣਪ ਹੈ, ਇਹਨਾਂ ਪਖੰਡਾਂ ਨੂੰ ਛੱਡ ਕੇ ਕਬੀਰ ਚਤੁਰਾਈ ਅਤ ਘਣੀ, ਹਰ ਮੁਖ ਹਰ ਜਪ ਹਿਰਦੈ ਮਾਹੇ। ਕਹਿੰਦੇ ਉਹ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਰੱਖ, ਯਾਦ ਕਰ। ਜਦੋਂ ਵੀ ਕੋਈ ਕਰਮ ਕਰਨਾ ਹੈ ਆਲਾ ਦੁਆਲਾ ਵੇਖ ਨਾ, ਕੇਵਲ ਉਹ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਹਾਈ ਵੇਖ। ਕਿਉਂਕਿ ਸੰਸਾਰ ਵਾਲਿਆਂ ਨੂੰ ਵੇਖ ਕੇ ਉਹ ਚੰਗੇ ਜਾਂ ਮਾੜੇ ਕਰਮ ਕਰਨ ਸਮੇਂ ਸੰਸਾਰ ਨੂੰ ਨਾ ਵੇਖੀ, ਕੇਵਲ ਉਹ ਪਰਮਾਤਮਾ ਨੂੰ ਦੇਖੀ, ਤਾਂ ਤੂੰ ਮਾੜਾ ਕਰਮ ਕਰਨ ਦੇ ਯੋਗ ਵੀ ਨਹੀਂ ਰਹਿਣਾ। ਕਿਉਂਕਿ ਮਾੜਾ ਕਰਮ ਤੈਨੇ ਕਰਨਾ ਨਹੀਂ ਜੇ ਤੂੰ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਹਾਈ ਯਾਦ ਰੱਖੇਗਾ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ, ਉਹ ਵੀ ਇਹ ਪਾਵਨ ਸ਼ਬਦ ਦੇ ਅੰਦਰ ਸਾਨੂੰ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹਨ। ਰੇ ਮਨ ਰਾਮ ਸਿਉ ਕਰ ਪ੍ਰੀਤ। ਕਹਿੰਦੇ ਕੇਵਲ ਉਹ ਪਰਮਾਤਮਾ ਦੇ ਨਾਲ ਮੇਰੇ ਮਨਾ, ਉਹ ਪਰਮਾਤਮਾ ਦੇ ਨਾਲ ਹੀ ਪ੍ਰੀਤ ਕਰ। ਸਰਵਣ ਗੋਬਿੰਦ ਗੁਣ ਸੁਣੋ, ਅਰ ਗਾਓ ਰਸਨਾ ਗੀਤ। ਕਹਿੰਦੇ ਉਹ ਆਪਣੇ ਕੰਨਾਂ ਦੇ ਨਾਲ ਹੁਣ ਕਿਸੇ ਦੀ ਨਿੰਦਿਆ ਨਾ ਸੁਣੀ। ਜੇ ਉਹ ਪਰਮਾਤਮਾ ਦੇ ਨਾਲ ਤੂੰ ਜੁੜ ਗਿਆ ਤਾਂ ਆਪਣੇ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਨਾ ਸੁਣੀ, ਕੇਵਲ ਉਹ ਪਰਮਾਤਮਾ ਦੇ ਗੁਣਾਂ ਨੂੰ ਸੁਣੀ। ਫਿਰ ਕਹਿੰਦੇ ਆਪਣੇ ਰਸਨਾ ਦੇ ਨਾਲ ਕਿਸੇ ਦੀ ਨਿੰਦਿਆ ਨਾ ਕਰੀ, ਕਿਸੇ ਦਾ ਮਾੜਾ ਨਾ ਕਰੀ, ਕਿਸੇ ਨੂੰ ਮਾੜਾ ਨਾ ਬੋਲੀ, ਕੇਵਲ ਉਹ ਪਰਮਾਤਮਾ ਦੇ ਗੀਤਾਂ ਨੂੰ ਗਾਉਂਦਾ ਰਹਿ, ਉਹ ਪਰਮਾਤਮਾ ਦੀ ਸਿਫਤ ਨੂੰ ਗਾਉਂਦਾ ਰਹਿ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਸਾਨੂੰ ਸਮਝਾਉਂਦੇ ਹਨ ਇਹ ਪਾਵਨ ਸ਼ਬਦ ਦੇ ਰਾਹੀਂ, ਜਿਵੇਂ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਸਿਆਣਪ ਭਾਈ ਹੀ ਹੈ ਜੇ ਅਸੀਂ ਉਹ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਲਈਏ, ਇਹ ਪਖੰਡਾਂ ਤੋਂ ਸਾਡਾ ਖਹਿੜਾ ਛੁੱਟ ਜਾਵੇਗਾ। ਭਗਤ ਕਬੀਰ ਜੀ ਕਹਿੰਦੇ ਇਹ ਔਖਾ ਵੀ ਰਸਤਾ ਹੈ, ਇਹ ਕੋਈ ਸੌਖਾ ਨਹੀਂ। ਜੇ ਪਰਮਾਤਮਾ ਦੇ ਨਾਲ ਜੁੜਨਾ ਹੈ ਇਹ ਕੋਈ ਸੌਖਾ ਰਸਤਾ ਨਹੀਂ। ਕਬੀਰ ਚਤੁਰਾਈ ਅਤ ਘਣੀ, ਹਰ ਜਪ ਹਿਰਦੈ ਮਾਹੇ। ਕਹਿੰਦੇ ਸਿਆਣਪ ਤੇਰੀ ਹੀ ਰਹੇਗੀ
ਵੀ ਉਹ ਪਰਮਾਤਮਾ ਦੇ ਨਾਮ ਨੂੰ ਸਿਮਰੇਂਗਾ, ਇਹੀ ਤੇਰੀ ਸਿਆਣਪ ਹੈ। ਸੁਰੀ ਉੱਪਰ ਖੇਲਣਾ, ਗਿਰੈ ਤਾਂ ਠਾਹਰ ਨਾਹੇ। ਇਹ ਰਸਤਾ ਵੀ ਕਹਿੰਦੇ ਔਖਾ ਹੈ, ਜਿਵੇਂ ਸੁਰੀ ਦੇ ਉੱਪਰ ਖੇਲਣ ਦੇ ਵਾਂਗ ਦਾ ਇਹ ਰਸਤਾ ਹੈ, ਜਿਹੜਾ ਪਰਮਾਤਮਾ ਨੂੰ ਮਿਲਣ ਵਾਲਾ ਹੈ, ਪਰਮਾਤਮਾ ਨੂੰ ਹਿਰਦੇ ਦੇ ਵਿੱਚ ਵਸਾਉਣ ਵਾਲਾ ਰਸਤਾ ਹੈ। ਇਹ ਇੱਕ ਸੁਰੀ ਦੇ ਉੱਪਰ ਖੇਲਣ ਦੇ ਬਰਾਬਰ ਹੈ, ਕਿਉਂਕਿ ਤੈਨੂੰ ਇਸ ਸੰਸਾਰ ਦੇ ਵਿੱਚੋਂ ਛੱਡਣਾ ਪੈਣਾ ਹੈ। ਇਸ ਸੰਸਾਰ ਦਾ ਮੋਹ ਤੈਨੂੰ ਇਸ ਆਪਣੇ ਮਨ ਦੇ ਵਿੱਚੋਂ ਕੱਢਣਾ ਪੈਣਾ ਹੈ। ਇਸ ਲਈ ਤੂੰ ਇਸ ਸੰਸਾਰ ਦੇ ਵਿੱਚ ਜੇ ਇਸ ਰਸਤੇ 'ਤੇ ਤੁਰੇਂਗਾ ਤਾਂ ਲੋਕਾਂ ਦੀ ਨਿੰਦਿਆ ਨੂੰ ਛੱਡਣਾ ਪੈਣਾ ਹੈ। ਜਿਹੜੀ ਤੂੰ ਕੁਸੰਗਤ ਕਰਦਾ ਹੈ ਉਸ ਨੂੰ ਛੱਡਣਾ ਪੈਣਾ ਹੈ। ਜਿਹੜੇ ਤੇਰੇ ਸਰੀਰ ਨੂੰ ਚਸਕੇ ਲੱਗੇ ਨੇ ਉਹਨਾਂ ਨੂੰ ਵੀ ਛੱਡਣਾ ਪੈਣਾ ਹੈ। ਜਿਹੜੇ ਕਰਮਾਂ ਕਾਂਡਾਂ ਵਿੱਚ ਭਰਮਾਂ ਦੇ ਵਿੱਚ ਪੈ ਕੇ ਤੂੰ ਪਖੰਡ ਕਰਦਾ ਹੈ, ਕਹਿੰਦੇ ਇਹਨਾਂ ਨੂੰ ਵੀ ਛੱਡਣਾ ਪੈਣਾ ਹੈ, ਕਿਉਂਕਿ ਇਹਨਾਂ ਨੂੰ ਛੱਡਣ ਲਈ ਮਨੁੱਖ ਤਿਆਰ ਨਹੀਂ। ਇਸ ਲਈ ਤਾਂ ਭਗਤ ਜੀ ਕਹਿੰਦੇ ਇਹ ਵੀ ਔਖਾ ਰਸਤਾ ਹੈ। ਜੇ ਇਸ ਰਸਤੇ ਤੋਂ ਕਹਿੰਦੇ ਕੇਰਾਂ ਤੂੰ ਤੁਰ ਪਿਆ ਤਾਂ ਪਿੱਛਾਂ ਮੁੜ ਕੇ ਨਾ ਵੇਖੀ। ਸੁਰੀ ਉੱਪਰ ਖੇਲਣਾ, ਗਿਰੈ ਤਾਂ ਠਾਹਰ ਨਾਹੇ। ਕਹਿੰਦੇ ਹੁਣ ਤੂੰ ਤੁਰ ਹੀ ਪਿਆ ਤਾਂ ਪਿੱਛੇ ਨਾ ਵੇਖੀ, ਕਦੇ ਵੀ ਡੋਲੀ ਨਾ ਵੀ ਮੇਰੇ ਨਾਲ ਹੋਣਾ ਕੀ ਹੈ। ਉਹ ਪਰਮਾਤਮਾ ਤੇਰੇ ਨਾਲ ਹੈ। ਕਹਿੰਦੇ ਜੇ ਇਸ ਰਸਤੇ ਦੇ ਵਿੱਚੋਂ ਤੂੰ ਥੜਕ ਗਿਆ, ਇਸ ਰਸਤੇ ਦੇ ਉੱਪਰੋਂ ਜਿਵੇਂ ਸੁਰੀ ਦੇ ਉੱਪਰ ਖੇਲਣ ਵਾਲਾ ਕਹਿੰਦੇ ਡਿੱਗ ਜਾਵੇ ਤਾਂ ਉਸ ਦੇ ਲਈ ਕੋਈ ਹੋਰ ਥਾਂ ਨਹੀਂ। ਇਸੇ ਤਰ੍ਹਾਂ ਜੇ ਤੂੰ ਪਰਮਾਤਮਾ ਦੇ ਰਸਤੇ 'ਤੇ ਚੱਲ ਪਿਆ, ਲੋਕਾਂ ਦੀਆਂ ਨਿੰਦਿਆਂ ਛੱਡਤੀਆਂ, ਆਪਣੇ ਜਿਹੜੇ ਕਰਮ ਹਨ, ਕਰਮ ਕਾਂਡ ਕਰ ਰਿਹਾ ਹੈ ਉਹਨਾਂ ਨੂੰ ਛੱਡ ਦਿੱਤਾ, ਕਹਿੰਦੇ ਹੁਣ ਤੂੰ ਬਹੁਤ ਸਹੀ ਰਸਤੇ 'ਤੇ ਹੈ। ਜੇ ਤੂੰ ਇਹਨਾਂ ਨੂੰ ਵੀ ਛੱਡ ਦੇਵੇਂਗਾ ਤਾਂ ਤੇਰੇ ਲਈ ਇਸ ਸੰਸਾਰ 'ਤੇ ਇਸ ਦੁਨੀਆ 'ਤੇ ਕੋਈ ਵੀ ਥਾਂ ਨਹੀਂ। ਜਿਵੇਂ ਅਸੀਂ ਗੁਰੂਆਂ ਦਾ ਜੀਵਨ ਪੜ੍ਹਦੇ ਹਾਂ, ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦਾ ਜੀਵਨ ਅਸੀਂ ਵੇਖ ਲਈਏ, ਉਹਨਾਂ ਨੇ ਵੀ ਪਖੰਡ ਛੱਡ ਕੇ ਉਹ ਪਰਮਾਤਮਾ ਦਾ ਨਾਮ ਦਾ ਰਸਤਾ ਚੁਣ ਲਿਆ ਸੀ, ਕਿਉਂਕਿ ਉਹ ਵੀ ਪਹਿਲਾਂ ਦੇਵੀਆਂ ਦੀ ਪੂਜਾ ਕਰਨ ਹਰ ਸਾਲ ਜਾਂਦੇ ਸਨ। ਉਹਨਾਂ ਨੂੰ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੇਲ ਹੋਇਆ, ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ, ਉਹਨਾਂ ਦੇ ਉਪਦੇਸ਼ਾਂ ਨੂੰ ਸੁਣਿਆ, ਕਿਉਂਕਿ ਉਹਨਾਂ ਦੇ ਉਪਦੇਸ਼ ਸੱਚੇ ਸਨ। ਉਹਨਾਂ ਨੇ ਉਹਦੇ ਮਨ ਦੇ ਵਿੱਚ ਇਹ ਭਰਮ ਕੱਢ ਦਿੱਤੇ, ਕਹਿੰਦੇ ਇਸ ਸੰਸਾਰ ਦੇ ਵਿੱਚ ਰਹਿੰਦਾ ਇਹ ਪਖੰਡ ਜਿਹੜੇ ਤੂੰ ਕਰਦਾ ਹੈ, ਜਿਹੜੀਆਂ ਦੇਵੀਆਂ 'ਤੇ ਮੱਥੇ ਟੇਕਦਾ ਫਿਰਦਾ ਹੈ, ਜਿਹੜਿਆਂ ਤੂੰ ਪੱਥਰਾਂ ਨੂੰ ਮੱਥੇ ਟੇਕਦਾ ਫਿਰਦਾ ਹੈ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਦੇ ਮਨ ਦੇ ਵਿੱਚੋਂ ਇਹ ਭਰਮ ਕੱਢ ਦਿੱਤੇ। ਇਸ ਲਈ ਤਾਂ ਉਹ ਪਰਮਾਤਮਾ ਦੇ ਨਾਲ ਜੁੜ ਗਏ ਸਨ, ਕਿਉਂਕਿ ਸਾਡੇ ਮਨ ਦੇ ਅੰਦਰੋਂ ਇਹ ਭਰਮ ਕਿਉਂ ਨਹੀਂ ਨਿਕਲ ਰਹੇ। ਸਾਡੇ ਅੰਦਰ ਇਹ ਘਾਟ ਹੈ, ਅਸੀਂ ਸੋਚਦੇ ਹਾਂ ਵੀ ਅਸੀਂ ਇਹ ਕੰਮ ਨਹੀਂ ਕਰ ਸਕਦੇ ਜੀ। ਸਾਨੂੰ ਬਹੁਤ ਔਖਾ ਲੱਗਦਾ ਹੈ, ਕਿਉਂਕਿ ਅਸੀਂ ਤਾਂ ਜੀ ਸਾਡੇ ਤਾਂ ਜੀ ਬਜ਼ੁਰਗ ਉਹਨਾਂ ਨੂੰ ਪੂਜਦੇ ਸਨ, ਕਿਉਂਕਿ ਅਸੀਂ ਛੱਡਣ ਵਾਲੇ ਨਹੀਂ। ਸਾਡੇ ਮਨ ਦੇ ਅੰਦਰ ਇਹ ਭਰਮ ਹੈ ਵੀ ਜੇ ਅਸੀਂ ਛੱਡ ਦਿੱਤਾ ਪਤਾ ਨਹੀਂ ਕੀ ਹੋ ਜਾਣਾ ਹੈ, ਕੀ ਪਤਾ ਸਾਡੀ ਮੌਤ ਹੀ ਹੋ ਜਾਵੇ, ਕਿਉਂਕਿ ਮੌਤ ਤਾਂ ਪਰਮਾਤਮਾ ਨੇ ਲਿਖੀ ਹੈ, ਮੌਤ ਤਾਂ ਹੋਣੀ ਹੀ ਹੋਣੀ ਹੈ। ਮੌਤ ਜੇ ਅੱਜ ਹੋ ਜਾਵੇ, ਜੇ ਕੱਲ੍ਹ ਹੋ ਜਾਵੇ, ਉਹ ਮੌਤ ਦਾ ਪਖੰਡਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਮੌਤ ਤਾਂ ਹੋਣੀ ਹੈ। ਜੇ ਅਸੀਂ ਮੌਤ ਹੋਣ ਤੋਂ ਪਹਿਲਾਂ ਹੀ ਉਹ ਪਰਮਾਤਮਾ ਦੇ ਰਸਤੇ 'ਤੇ ਚੱਲ ਪਈਏ, ਸਾਡੇ ਲਈ ਇਸ ਤੋਂ ਫਾਇਦੇਮੰਦ ਕੋਈ ਹੋਰ ਗੱਲ ਨਹੀਂ। ਸਾਡੇ ਗੁਰੂ ਸਾਹਿਬਾਨਾਂ ਨੇ, ਗੁਰਸਿੱਖਾਂ ਨੇ ਇਹਨਾਂ ਰਸਤਿਆਂ ਨੂੰ ਛੱਡ ਕੇ ਤਾਂ ਹੀ ਸਾਨੂੰ ਇੱਕ ਸੱਚੇ ਮਾਰਗ ਦਾ ਰਸਤਾ ਚੁਣ ਕੇ ਦਿੱਤਾ, ਕਿਉਂਕਿ ਪਹਿਲਾਂ ਆਪ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਲਾਗੂ ਕੀਤਾ ਸੀ, ਤਾਂ ਹੀ ਸਾਨੂੰ ਇਹ ਉਪਦੇਸ਼ ਬਖਸ਼ ਕੀਤੇ ਹਨ ਵੀ ਭਾਈ ਉਹ ਪਰਮਾਤਮਾ ਨੂੰ ਸਿਮਰੋ। ਜਿਸ ਪਰਮਾਤਮਾ ਨੇ ਉਹਨਾਂ ਦੇਵੀਆਂ ਨੂੰ ਵੀ ਜਨਮ ਦਿੱਤਾ, ਜਿਹੜੀਆਂ ਦੇਵੀਆਂ ਨੂੰ, ਜਿਹੜੇ ਪੀਰਾਂ ਨੂੰ ਤੁਸੀਂ ਪੂਜਦੇ ਹੋ, ਉਹਨਾਂ ਨੂੰ ਜਨਮ ਉਹ ਪਰਮਾਤਮਾ ਨੇ ਹੀ ਦਿੱਤਾ। ਜਿਸ ਪਰਮਾਤਮਾ ਦੀ ਬੰਦਗੀ ਕਰਨ ਲਈ, ਜਿਸ ਪਰਮਾਤਮਾ ਦੀ ਆਰਾਧਨਾ ਕਰਨ ਲਈ ਅਸੀਂ ਤੁਹਾਨੂੰ ਪੁਕਾਰ ਰਹੇ ਹਾਂ, ਕਿਉਂਕਿ ਮਨੁੱਖ ਦਾ ਇਹ ਸੁਭਾਅ ਕਿ ਉਹ ਛੱਡਣ ਵਾਲਾ ਨਹੀਂ, ਉਹ ਛੱਡ ਨਹੀਂ ਸਕਦਾ। ਉਹਦੇ ਅੰਦਰ ਇਹ ਭਰਮ ਹੈ ਵੀ ਮੇਰੀ ਮੌਤ ਨਾ ਹੋ ਜਾਵੇ, ਕਿਉਂਕਿ ਮੌਤ ਤਾਂ ਇੱਕ ਨਾ ਇੱਕ ਦਿਨ, ਗੁਰਬਾਣੀ ਦਾ ਸੱਚ ਅਟੱਲ ਇਹ ਸੱਚਾਈ ਹੈ, ਜੀਵਨ ਦੀ ਵੀ ਮੌਤ ਤਾਂ ਹੋਣੀ ਹੈ। ਜੇ ਸਾਡਾ ਜਨਮ ਹੋਇਆ ਹੈ ਤਾਂ ਸਾਡੀ ਮੌਤ ਵੀ ਪੱਕੀ ਹੈ ਵੀ ਹੋ ਜਾਣੀ ਹੈ, ਕਿਉਂਕਿ ਭਰਮਾਂ ਨੂੰ ਅਸੀਂ ਇਸ ਲਈ ਮੌਤ ਤੋਂ ਪਹਿਲਾਂ ਹੀ ਛੱਡ ਲਈਏ ਤਾਂ ਸਾਡਾ ਜੀਵਨ ਸਫਲਾ ਹੋ ਸਕਦਾ ਹੈ।
ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਅਸੀਂ ਉਹ ਪਰਮਾਤਮਾ ਦੇ ਅੱਗੇ ਝੁਕ ਸਕਦੇ ਹਾਂ। ਪਰਮਾਤਮਾ ਸਾਡੇ 'ਤੇ ਪ੍ਰਸੰਨ ਹੋ ਸਕਦਾ ਹੈ ਵੀ ਤੁਸੀਂ ਇਹ ਚੰਗੇ ਕਰਮ ਕੀਤੇ ਹਨ। ਕਿਉਂਕਿ ਭਗਤ ਕਬੀਰ ਜੀ ਅਗਲੇ ਪਾਵਨ ਸ਼ਲੋਕ ਦੇ ਰਾਹੀਂ ਸਾਨੂੰ ਸਮਝਾਉਂਦੇ ਹਨ, ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ। ਕਹਿੰਦੇ ਉਹਨਾਂ ਮਨੁੱਖਾਂ ਦਾ ਭਾਈ ਜਿਹੜਾ ਮੂੰਹ ਹੈ, ਉਹਨਾਂ ਦੇ ਬੋਲ ਹਨ ਉਹ ਵੀ ਧਨਤਾ ਦੇ ਯੋਗ ਹਨ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ। ਕਹਿੰਦੇ ਜਿਹੜੇ ਆਪਣੇ ਮੁਖ ਤੋਂ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ, ਕਹਿੰਦੇ ਉਹਨਾਂ ਦਾ ਮੁਖ ਵੀ ਧਨ ਹਨ, ਉਹਨਾਂ ਦੇ ਬੋਲ ਵੀ ਧਨ ਹਨ। ਦੇਹੀ ਕਿਸ ਕੀ ਬਪੋਰੀ, ਪਵਿੱਤਰ ਹੋਏ ਗੋ ਗ੍ਰਾਮ। ਕਹਿੰਦੇ ਦੇਹੀ ਤਾਂ ਛੋਟੀ ਜਿਹੀ ਗੱਲ ਹੈ ਵੀ ਉਹਨਾਂ ਦੀ ਦੇਹੀ ਪਵਿੱਤਰ ਹੋਣੀ ਹੈ ਜਿਹੜੇ ਨਾਮ ਦੇ ਨਾਲ ਜੁੜੇ ਹਨ। ਕਹਿੰਦੇ ਇਹ ਤਾਂ ਬਹੁਤ ਛੋਟੀ ਗੱਲ ਹੈ ਵੀ ਉਹਨਾਂ ਦਾ ਸਰੀਰ ਪਵਿੱਤਰ ਹੋ ਗਿਆ। ਕਹਿੰਦੇ ਉਹ ਤਾਂ ਜਿੱਥੇ ਜਾ ਕੇ ਬੈਠ ਜਾਣ ਉਸ ਨਗਰ ਨੂੰ ਵੀ ਪਵਿੱਤਰ ਕਰਦੇ ਹਨ, ਉਸ ਥਾਂ ਨੂੰ ਵੀ ਪਵਿੱਤਰ ਕਰਦੇ ਹਨ। ਲੋਕ ਉਸ ਥਾਂ 'ਤੇ ਆ ਕੇ ਆਪਣੇ ਆਪ ਨੂੰ ਨਤਮਸਤਕ ਕਰਦੇ ਹਨ, ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰਦੇ ਹਨ। ਕਹਿੰਦੇ ਜਿੱਥੇ ਉਹ ਪਰਮਾਤਮਾ ਦੀ ਬੰਦਗੀ ਕਰਨ ਵਾਲੀ ਰੂਹ ਆ ਕੇ ਬੈਠ ਜਾਵੇ, ਕਹਿੰਦੇ ਉਹਦੀ ਦੇਹੀ ਤਾਂ ਪਵਿੱਤਰ ਹੋਣੀ ਹੀ ਹੈ, ਉਸਨੇ ਉਹ ਥਾਂ ਨੂੰ ਵੀ ਪਵਿੱਤਰ ਕਰ ਦੇਣਾ ਜਿਸ ਥਾਂ 'ਤੇ ਜਾ ਕੇ ਉਹ ਬੰਦਗੀ ਕਰਨ ਵਾਲੀ ਰੂਹ ਆਪ ਬੈਠ ਜਾਵੇ। ਜਿਸ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਇਸ ਜਗ੍ਹਾ 'ਤੇ ਪਹੁੰਚੇ ਸਨ, ਕਿਉਂਕਿ ਉਸ ਤੋਂ ਪਹਿਲਾਂ ਇਸ ਜਗ੍ਹਾ ਦਾ ਕਿਸੇ ਨੂੰ ਨਹੀਂ ਪਤਾ ਸੀ। ਉਹਨਾਂ ਨੇ ਆ ਕੇ ਇਸ ਜਗ੍ਹਾ 'ਤੇ ਪਰਮਾਤਮਾ ਦੀ ਬੰਦਗੀ ਕੀਤੀ, ਪਰਮਾਤਮਾ ਦਾ ਸਿਮਰਨ ਕੀਤਾ। ਇਸ ਲਈ ਭਗਤ ਕਬੀਰ ਜੀ ਵੀ ਇਹ ਪਾਵਨ ਸ਼ਲੋਕ ਦੇ ਰਾਹੀਂ ਇਹ ਸਮਝਾਉਂਦੇ ਹਨ। ਕਹਿੰਦੇ ਜਿਹੜੇ ਆਪਣੇ ਮੁਖ ਤੋਂ ਉਹ ਪਰਮਾਤਮਾ ਦੇ ਨਾਮ ਨੂੰ ਸਿਮਰਨਦੇ ਹਨ, ਕਹਿੰਦੇ ਉਹਨਾਂ ਦਾ ਮੁਖ ਵੀ ਧਨ ਹੈ, ਉਹ ਬੋਲ ਵੀ ਧਨ ਹਨ ਜਿਹੜੇ ਉਹਨਾਂ ਦੇ ਮੁਖ ਤੋਂ ਨਿਕਲਦੇ ਹਨ। ਦੇਹੀ ਕਿਸ ਕੀ ਬਪੋਰੀ, ਪਵਿੱਤਰ ਹੋਏ ਗੁਗਰਾਮ। ਕਹਿੰਦਾ ਉਹਨਾਂ ਦੀ ਸਰੀਰ ਦੀ ਤਾਂ ਛੋਟੀ ਜਿਹੀ ਗੱਲ ਹੈ, ਕਿਉਂਕਿ ਆਪਾਂ ਕਹਿ ਦਿੰਦੇ ਹਾਂ ਵੀ ਇਹ ਨਾਮ ਜਪਣ ਵਾਲੀ ਰੂਹ ਹੈ, ਨਾਮ ਜਪਦੇ ਹਨ, ਇਹਨਾਂ ਦਾ ਸਰੀਰ ਬਹੁਤ ਪਵਿੱਤਰ ਹੈ। ਭਗਤ ਜੀ ਕਹਿੰਦੇ ਉਹ ਤਾਂ ਬਹੁਤ ਛੋਟੀ ਗੱਲ ਹੈ। ਉਹਨਾਂ ਨੇ ਤਾਂ ਜਿੱਥੇ ਜਾ ਕੇ ਨਾਮ ਜਪਿਆ, ਜਿਸ ਥਾਂ 'ਤੇ ਬੈਠ ਕੇ ਨਾਮ ਜਪਿਆ, ਉਸ ਥਾਂ ਨੂੰ ਵੀ ਪਵਿੱਤਰ ਕਰ ਦਿੱਤਾ। ਸੰਤ ਬਾਬਾ ਅਤਰ ਸਿੰਘ ਜੀ ਵੀ ਇਸ ਜਗ੍ਹਾ 'ਤੇ ਆਏ, ਉਹਨਾਂ ਨੇ ਇਸ ਜਗ੍ਹਾ 'ਤੇ ਆ ਕੇ ਪਰਮਾਤਮਾ ਦੀ ਬੰਦਗੀ ਕੀਤੀ, ਉਸ ਪਰਮਾਤਮਾ ਦੇ ਦੱਸੇ ਉਪਦੇਸ਼ਾਂ 'ਤੇ ਚੱਲ ਕੇ ਆਪਣੇ ਜੀਵਨ ਨੂੰ ਬਤੀਤ ਕੀਤਾ। ਤਾਂ ਹੀ ਇਸ ਜਗ੍ਹਾ 'ਤੇ ਅੱਜ ਲੱਖਾਂ ਹੀ ਲੋਕ ਇਸ ਜਗ੍ਹਾ 'ਤੇ ਆ ਕੇ ਨਤਮਸਤਕ ਹੁੰਦੇ ਹਨ, ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ, ਆਪਣੇ ਆਪ ਨੂੰ ਭਾਗਾਂ ਵਾਲਾ ਮੰਨਦੇ ਹਨ ਕਿ ਅਸੀਂ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਪਾਵਨ ਸਥਾਨਾਂ 'ਤੇ ਨਤਮਸਤਕ ਹੋਏ ਹਾਂ। ਕਿਉਂਕਿ ਭਗਤ ਜੀ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ, ਉਹ ਉਹਨਾਂ ਥਾਵਾਂ ਨੂੰ ਵੀ ਪਵਿੱਤਰ ਕਰਦੇ ਹਨ ਜਿਸ ਥਾਵਾਂ 'ਤੇ ਜਾ ਕੇ ਉਹ ਬੈਠ ਜਾਣ। ਅਗਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਸਮਝਾਉਂਦੇ ਹਨ, ਕਬੀਰ ਸੋਈ ਕੁਲ ਭਲੀ, ਜਾ ਕੁਲ ਹਰਿ ਕੋ ਦਾਸ। ਕਹਿੰਦੇ ਉਹਨਾਂ ਦੀ ਉਹ ਕੁਲ ਵੀ ਭਲੀ ਹੈ, ਕੁਲ ਦੇ ਭਾਗ ਵੀ ਬਹੁਤ ਚੰਗੇ ਹਨ, ਜਿਸ ਕੁਲ ਦੇ ਵਿੱਚ ਇਹ ਰੱਬ ਦੇ ਪਿਆਰੇ ਜਨਮ ਲੈਂਦੇ ਹਨ। ਕਿਉਂਕਿ ਉਹਨਾਂ ਦੀਆਂ ਉਹ ਪੀੜ੍ਹੀਆਂ ਵੀ ਪਵਿੱਤਰ ਹੋ ਜਾਂਦੀਆਂ ਹਨ, ਉਹਨਾਂ ਦੀਆਂ ਉਹ ਕੁੱਲਾਂ ਵੀ ਪਵਿੱਤਰ ਹੋ ਜਾਂਦੀਆਂ ਹਨ ਜਿਸ ਕੁੱਲ ਦੇ ਵਿੱਚ ਰੱਬ ਦਾ ਪਿਆਰਾ ਜਨਮ ਲੈ ਲੈਂਦਾ ਹੈ। ਕਬੀਰ ਸੋਈ ਕੁਲ ਭਲੀ, ਜਾ ਕੁਲ ਹਰਿ ਕੋ ਦਾਸ। ਜਹ ਕੁਲ ਦਾਸ ਨਾ ਉਪਜੈ, ਸੋ ਕੁਲ ਢਾਕ ਪਲਾਸ। ਇਸ ਪੰਕਤੀ ਦੇ ਵਿੱਚ ਭਗਤ ਜੀ ਕਹਿੰਦੇ ਜਹ ਕੁਲ ਦਾਸ ਨਾ ਉਪਜੈ। ਕਹਿੰਦੇ ਜਿਹੜੀ ਕੁਲ ਦੇ ਵਿੱਚ ਉਹ ਪਰਮਾਤਮਾ ਦੀ ਬੰਦਗੀ ਕਰਨ ਵਾਲੀ ਰੂਹ ਨਹੀਂ ਪੈਦਾ ਹੁੰਦੀ ਨਾ, ਉਹ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਇਨਸਾਨ ਪੈਦਾ ਨਹੀਂ ਹੁੰਦਾ। ਕਹਿੰਦੇ ਉਹ ਤਾਂ ਇੱਕ ਜਿਵੇਂ ਰੁੱਖ ਫਲਦਾਰ ਰੁੱਖ ਨਹੀਂ ਹੁੰਦਾ, ਉਸ ਦੇ ਉੱਪਰ ਫਲ ਲੱਗਦੇ ਹਨ, ਕਿਸੇ ਸਮੇਂ ਉਹ ਲੱਗਣੋਂ ਹਟ ਜਾਣ, ਕਹਿੰਦੇ ਉਹ ਬੇਰੁੱਖਾ ਹੋ ਜਾਂਦਾ ਹੈ, ਬੇਫਲਾ ਹੋ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਉਹ ਕੁਲ ਹੈ ਜਿਸ ਕੁਲ ਦੇ ਵਿੱਚ ਉਹ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦਾ ਜਨਮ ਨਹੀਂ ਹੋਇਆ।
ਜਹ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ। ਕਹਿੰਦੇ ਉਹ ਕੁਲ ਤਾਂ ਕਹਿੰਦੇ ਉਹਨਾਂ ਸੁੱਕੇ ਦਰਖਤਾਂ ਦੀ ਤਰ੍ਹਾਂ ਹੈ ਜਿਹੜੇ ਪਹਿਲਾਂ ਫਲ ਦਿੰਦੇ ਸਨ, ਹੁਣ ਕੁਝ ਨਹੀਂ ਉਹਨਾਂ ਦੇ ਪੱਲੇ। ਕਹਿੰਦੇ ਉਹ ਉਹਨਾਂ ਦਾ ਸਰੀਰ, ਉਹਨਾਂ ਦੀ ਜਿਹੜੀ ਕੁਲ ਹੈ ਕਹਿੰਦੇ ਉਹ ਵੀ ਭ੍ਰਿਸ਼ਟ ਹੋ ਜਾਂਦੀ ਹੈ। ਕਹਿੰਦੇ ਉਹਨਾਂ ਦਾ ਵੀ ਇੱਥੇ ਸੰਸਾਰ 'ਤੇ ਆਇਆਂ ਦਾ ਵਿਅਰਥ ਜੀਵਨ ਲੰਘ ਜਾਂਦਾ ਹੈ। ਭਗਤ ਕਬੀਰ ਜੀ ਇਸ ਪਾਵਨ ਸਲੋਕਾਂ ਦੇ ਰਾਹੀਂ ਸਾਨੂੰ ਇਹ ਸਮਝਾਇਆ ਹੈ। ਕਹਿੰਦੇ ਅਸੀਂ ਪਖੰਡ ਜਿਹੜੇ ਕਰਦੇ ਹਾਂ, ਇਹਨਾਂ ਪਖੰਡਾਂ ਨੂੰ ਛੱਡ ਕੇ ਉਹ ਪਰਮਾਤਮਾ ਦੇ ਨਾਲ ਅਸੀਂ ਜੁੜੀਏ, ਤਾਂ ਕਿ ਸਾਡਾ ਵੀ ਜੀਵਨ ਸਫਲ ਹੋ ਜਾਵੇ, ਸਾਡਾ ਵੀ ਇਸ ਸੰਸਾਰ 'ਤੇ ਆਇਆਂ ਦਾ ਕੋਈ ਮੁੱਲ ਪੈ ਜਾਵੇ। ਇਸ ਦੁਨੀਆ 'ਤੇ ਰਹਿੰਦੇ ਹੋਇਆਂ ਅਸੀਂ ਇਸ ਦੁਨੀਆ ਨੂੰ, ਇਸ ਸੰਸਾਰ ਨੂੰ, ਇਸ ਸਮਾਜ ਨੂੰ, ਆਪਣੇ ਪਰਿਵਾਰ ਨੂੰ ਕੋਈ ਚੰਗੀ ਸੇਧ ਦੇ ਲਈਏ। ਕਿਉਂਕਿ ਪਖੰਡਾਂ ਦੇ ਵਿੱਚ ਪੈ ਕੇ ਅਸੀਂ ਆਪਣੇ ਪਰਿਵਾਰ ਨੂੰ ਜਾਂ ਆਪਣੇ ਪਿੰਡ ਨੂੰ ਕੋਈ ਚੰਗੀ ਸੇਧ ਨਹੀਂ ਦੇ ਸਕਦੇ। ਜੇ ਅਸੀਂ ਆਪ ਪਰਮਾਤਮਾ ਦੇ ਰਾਹ 'ਤੇ ਚੱਲਾਂਗੇ, ਉਹ ਗੁਰੂ ਪਾਤਸ਼ਾਹ ਜੀ ਦੇ ਦੁਆਰਾ ਬਖਸ਼ੇ ਰਾਹਾਂ 'ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਾਂਗੇ, ਤਾਂ ਹੀ ਅਸੀਂ ਕਿਸੇ ਨੂੰ ਸਿੱਖਿਆ ਦੇਣ ਦੇ ਯੋਗ ਹੋਵਾਂਗੇ। ਗੁਰੂ ਪਾਤਸ਼ਾਹ ਜੀ ਦੀ ਇਹ ਪਾਵਨ ਬਾਣੀ ਸਾਨੂੰ ਪਰਮਾਤਮਾ ਦੇ ਨਾਲ ਜੋੜਦੀ ਹੈ, ਜਿਸ ਪਰਮਾਤਮਾ ਨੇ ਸਾਨੂੰ ਇਸ ਦੁਨੀਆ 'ਤੇ ਘੱਲਿਆ ਹੈ। ਕਿਉਂਕਿ ਮਨੁੱਖ ਇਸ ਦੁਨੀਆ 'ਤੇ ਰਹਿ ਕੇ ਆਪਣੇ ਅੰਦਰ ਭਰਮ ਕਹਿੰਦੇ ਪਾਲ ਲੈਂਦਾ ਹੈ ਵੀ ਮੈਂ ਬਹੁਤ ਕੁਝ ਕੀਤਾ ਹੈ। ਜਿਵੇਂ ਆਪਾਂ ਭਾਈ ਗੁਰਦਾਸ ਜੀ ਦਾ ਕਵਿਤ ਸਰਵਣ ਕੀਤਾ ਸੀ, ਉਸੇ ਤਰ੍ਹਾਂ ਉਹ ਕਹਿੰਦੇ ਹੁੰਦਾ ਕੁਝ ਨਹੀਂ, ਕਿਉਂਕਿ ਹੋਣ ਵਾਲਾ ਕੁਝ ਨਹੀਂ। ਉਹ ਆਪਣੇ ਅੰਦਰ ਭਰਮ ਪਾਲ ਕੇ ਬਹਿ ਜਾਂਦਾ ਹੈ, ਇਸ ਤੋਂ ਵੱਧ ਕੁਝ ਨਹੀਂ। ਜਿਵੇਂ ਕਹਿੰਦੇ ਉਹ ਬਲਦ ਹੈ, ਉਹ ਆਪਣੇ ਅੰਦਰ ਭਰਮ ਪਾ ਲੈਂਦਾ ਵੀ ਬਹੁਤ ਰਸਤਾ ਤੈਅ ਕਰ ਲਿਆ। ਇਸੇ ਤਰ੍ਹਾਂ ਮਨੁੱਖ ਵੀ ਆਪਣੇ ਅੰਦਰ ਇਹ ਭਰਮ ਪਾ ਲੈਂਦਾ ਹੈ ਵੀ ਇਸ ਸੰਸਾਰ 'ਤੇ ਰਹਿੰਦਿਆਂ ਮੈਂ ਬਹੁਤ ਕੁਝ ਕੀਤਾ, ਪਰ ਕੀਤਾ ਕਿਵੇਂ? ਆਪਣੇ ਪਰਿਵਾਰ ਦੇ ਲਈ। ਉਹ ਆਪਣੇ ਪਰਿਵਾਰ ਦੇ ਲਈ ਕਰਦਾ ਹੋਇਆ ਉਹ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਉਹ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ। ਕੇਵਲ ਉਹ ਮੋਹ ਦੇ ਵਿੱਚ ਪੈ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਹੈ, ਲੋਕਾਂ ਦੇ ਨਾਲ ਭ੍ਰਿਸ਼ਟਾਚਾਰ ਕਰਦਾ ਹੈ। ਕਿਉਂਕਿ ਜਦ ਭ੍ਰਿਸ਼ਟਾਚਾਰ ਵੱਧ ਜਾਵੇ ਤਾਂ ਪਰਮਾਤਮਾ ਦੀ ਗੱਲ ਘਟ ਜਾਂਦੀ ਹੈ। ਜਦ ਪਰਮਾਤਮਾ ਨੂੰ ਅਸੀਂ ਅੰਗ ਸੰਗ ਮੰਨਦੇ ਹਾਂ ਤਾਂ ਅਸੀਂ ਕੋਈ ਵੀ ਮਾੜਾ ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਾਂਗੇ। ਜੇ ਅਸੀਂ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਸ ਪਰਮਾਤਮਾ ਨੂੰ ਸਮਝਦੇ ਨਹੀਂ ਵੀ ਉਸ ਪਰਮਾਤਮਾ ਸਾਨੂੰ ਵੇਖ ਰਿਹਾ ਹੈ, ਉਹ ਸਾਡੇ ਨਾਲ ਹੈ, ਉਸ ਨੂੰ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ ਨਾ, ਤਾਂ ਅਸੀਂ ਮਾੜੇ ਕਰਮ ਕਰ ਲੈਂਦੇ ਹਾਂ, ਤਾਂ ਕਿ ਮਾੜੇ ਕਰਮਾਂ ਦਾ ਨਤੀਜਾ ਸਾਡੇ ਸਾਹਮਣੇ ਕਦੇ ਨਾ ਕਦੇ ਆ ਹੀ ਜਾਂਦਾ ਹੈ। ਜਿਸ ਤਰ੍ਹਾਂ ਦੁਨੀਆ ਦੇ ਲੋਕ ਸਾਨੂੰ ਲਾਹਣਤਾਂ ਪਾਉਂਦੇ ਹਨ, ਇਸ ਤਰ੍ਹਾਂ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਵੀ ਭਾਈ ਉਹ ਪਰਮਾਤਮਾ ਦੇ ਨਾਲ ਹੀ ਜੁੜ, ਉਹ ਪਰਮਾਤਮਾ ਦਾ ਸਿਮਰਨ ਹੀ ਕਰ। ਜਿਸ ਸਿਮਰਨ ਦੇ ਕਰਿਆਂ ਤੇਰੇ ਕਰਮ, ਤੇਰਾ ਪਰਿਵਾਰ, ਤੇਰਾ ਸਮਾਜ ਚੰਗਾ ਹੋ ਜਾਵੇ। ਇਸ ਪਾਵਨ ਸਲੋਕਾਂ ਦੀ ਇੱਥੇ ਸਮਾਪਤੀ ਹੈ ਜੀ। ਪਾਵਨ ਸਲੋਕਾਂ ਦੀਆਂ ਵਿਚਾਰਾਂ ਕਰਦਿਆਂ ਹੋਇਆਂ, ਉਪਦੇਸ਼ਾਂ ਨੂੰ ਦ੍ਰਿੜ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਜੋ ਉਪਦੇਸ਼, ਜੋ ਸਿਧਾਂਤ ਅਸੀਂ ਸਰਵਣ ਕੀਤੇ ਹਨ, ਉਹਨਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਆਪਣੇ ਪਰਿਵਾਰ 'ਤੇ ਲਾਗੂ ਕਰੀਏ, ਆਪਣੇ ਸਮਾਜ 'ਤੇ ਲਾਗੂ ਕਰੀਏ, ਤਾਂ ਕਿ ਸਾਡੇ ਜੀਵਨ ਸਫਲਾ ਹੋ ਜਾਵੇ, ਸਾਡੇ ਸੰਸਾਰ ਦੇ ਵਿੱਚ ਦੁਨੀਆ ਸੁਖੀ ਵਸ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।